ਏਕ ਅਚਾਰ ਰੰਗ ਇਕ ਰੂਪ, ਪੌਣ ਪਾਣੀ ਅਗਨੀ ਆਸਰੂਪ। ਏਕੋ ਭਵਰ ਭਵੈ ਤਿਹੁ ਲੋਇ, ਏਕੋ ਬੂਝੈ ਸੂਝੈ ਪਤ ਹੋਇ। ਗਿਆਨ ਧਿਆਨ ਲੇ ਸਮਸਰ ਰਹੈ, ਗੁਰਮੁਖ ਏਕ ਵਿਰਲਾ ਕੋ ਲਹੈ। ਜਿਸਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੈ ਆਖ ਸੁਨਾਏ। ਊਰਮ ਧੂਰਮ ਜੋਤਿ ਉਜਾਲਾ, ਤੀਨ ਭਵਨ ਮਹਿ ਗੁਰ ਗੋਪਾਲਾ। ਉਗਵਿਆ ਅਸਰੂਪ ਦਿਖਾਵੈ, ਕਰ ਕਿਰਪਾ ਅਪੁਨੈ ਘਰ ਆਵੈ। ਊਨਵ ਬਰਸੈ ਨੀਜਰ ਧਾਰਾ, ਊਤਮ ਸ਼ਬਦ ਸਵਾਰਨ ਹਾਰਾ। ਇਸ ਏਕੇ ਕਾ ਜਾਣੈ ਭਿਓ, ਆਪੇ ਕਰਤਾ ਆਪੇ ਦੇਵ। ਇਸ ਏਕੇ ਕਾ ਜਾਣੈ ਭਿਓ, ਆਪੇ ਕਰਤਾ ਆਪੇ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਬੜੇ ਅਦਬ ਪਿਆਰ ਸਤਿਕਾਰ ਸਹਿਤ ਗੁਰੂ ਸਵਾਰਿਆਂ ਪਾਸੋਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਓਮਕਾਰ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 929 ਉੱਪਰੋਂ ਆਰੰਭ ਹੁੰਦੀ ਹੈ। 930 ਨੰਬਰ ਗੁਰੂ ਗ੍ਰੰਥ ਸਾਹਿਬ ਦਾ ਅੰਕ ਨੰਬਰ, ਜਿਸ ਉੱਪਰ 6ਵਾਂ ਔਰ 7ਵਾਂ ਬੰਦ, ਇਹ ਦੋ ਪੌੜੀਆਂ ਇਸ ਬਾਣੀ ਦੀਆਂ ਆਪ ਜੀ ਨੇ ਪਾਠ ਰੂਪ ਵਿੱਚ ਸੁਣੀਆਂ ਹਨ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ 7ਵੇਂ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਏਕ ਆਚਾਰ ਰੰਗ ਇੱਕ ਰੂਪ। ਬਾਣੀ ਕਿਉਂਕਿ ਸਾਰੀ ਦੀ ਸਾਰੀ ਲੜੀਵਾਰ ਸਤਿਗੁਰੂ ਜੀ ਇੱਕ ਵਿਚਾਰ ਦੇ ਵਿੱਚ, ਜਿਵੇਂ ਧਾਗੇ ਦੇ ਵਿੱਚ ਮੋਤੀ ਪਰੋਏ ਜਾਂਦੇ ਹਨ, ਇੱਕ ਸੂਤਰ ਲੜੀਵਾਰ ਇਸ ਬਾਣੀ ਦਾ ਜੋ ਮੇਨ ਭਾਵ ਹੈ ਉਹ ਚੱਲ ਰਿਹਾ ਹੈ। ਭਾਵ ਹੈ ਇੱਕ ਦੀ ਸੋਝੀ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਸੂਤਰ ਦੇ ਵਿੱਚ ਇਹ 54 ਬੰਦ ਜਿਹੜੇ ਹਨ ਮਣਕਿਆਂ ਵਾਂਗ ਪਰੋਏ ਹੋਏ ਨੇ। ਏਕ ਆਚਾਰ ਦਾ ਅਰਥ ਹੈ ਜਗਤ ਦਾ ਜਿਤਨਾ ਵੀ ਕਾਰ ਵਿਹਾਰ ਚੱਲ ਰਿਹਾ ਹੈ ਉਹ ਸਾਰਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਿਯਮ ਧਰਮ ਦੇ ਅਧੀਨ ਚੱਲ ਰਿਹਾ ਹੈ। ਜਗਤ ਦੀ ਇਸ ਰਚਨਾ ਬਾਰੇ ਤੇ ਸੰਸਾਰ ਦੇ ਚੱਲਣ ਬਾਰੇ, ਸੰਸਾਰ ਦੇ ਨਾਸ਼ ਹੋਣ ਬਾਰੇ, ਧਰਮ ਦੀ ਦੁਨੀਆ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਕਿੱਸੇ ਨੇ, ਕਹਾਣੀਆਂ ਪ੍ਰਚਲਿਤ ਨੇ, ਸਾਖੀਆਂ ਪ੍ਰਚਲਿਤ ਨੇ। ਜਦੋਂ ਕਿਸੇ ਨੇ ਪੁਜਾਰੀ ਨੂੰ ਪੁੱਛਿਆ, ਤੁਸੀਂ ਤਾਂ ਕਹਿੰਦੇ ਹੋ ਕਿ ਸਾਡੀ ਰੱਬ ਤੱਕ ਬੜੀ ਪਹੁੰਚ ਹੈ, ਪਰ ਇੱਕ ਗੱਲ ਦੱਸੋ, ਇਹ ਸੰਸਾਰ ਬਣਿਆ ਕਿਵੇਂ?
ਉਸਨੇ ਉਸ ਬਾਰੇ ਵੀ ਕੋਈ ਨਵੀਂ ਤੋਂ ਨਵੀਂ ਕਹਾਣੀ ਕਥਾ ਘੜ ਕੇ ਆਪਣੇ ਜਜ਼ਮਾਨਾਂ ਤੇ ਧਰਮ ਸ਼ਰਧਾਲੂਆਂ ਦੇ ਕੰਨਾਂ ਵਿੱਚ ਪਾਈ। ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਸੰਸਾਰ ਨੂੰ ਚਲਾ ਕੌਣ ਰਿਹਾ ਤੇ ਕਿਵੇਂ ਚੱਲ ਰਿਹਾ, ਇਹ ਹਨੇਰੀਆਂ ਆਉਂਦੀਆਂ ਨੇ, ਝੱਖੜ ਝੁੱਲਦੇ ਨੇ, ਬਾਰਿਸ਼ ਹੁੰਦੀ ਏ, ਮੀਂਹ ਪੈਂਦਾ ਹੈ, ਅੱਗ ਲੱਗ ਜਾਂਦੀ ਏ ਜੰਗਲਾਂ ਨੂੰ, ਇਹ ਸਭ ਕਿਵੇਂ? ਉਸਨੇ ਉਹਦੇ ਨਾਲ ਵੀ ਅਜੀਬ ਕਿਸਮ ਦੀਆਂ ਕਹਾਣੀਆਂ ਜਿਹੜੀਆਂ ਸਨ ਉਹ ਜੋੜ ਦਿੱਤੀਆਂ। ਜਦੋਂ ਉਸਨੂੰ ਇਹ ਕੋਈ ਪੁੱਛਦਾ ਹੈ ਕਿ ਇਹ ਸੰਸਾਰ ਨਾਸ਼ ਕੌਣ ਕਰਦਾ ਹੈ, ਕਿਵੇਂ ਨਾਸ਼ ਹੁੰਦਾ ਹੈ, ਤਾਂ ਉਦੋਂ ਵੀ ਇਸ ਘਟਨਾ ਨੂੰ ਸਾਬਤ ਕਰਨ ਵਾਸਤੇ ਉਸਨੇ ਕਈ ਤਰ੍ਹਾਂ ਦੇ ਕਿੱਸੇ ਤੇ ਕਹਾਣੀਆਂ ਧਰਮ ਦੇ ਨਾਂ ਦੇ ਉੱਤੇ ਘੜ ਕੇ ਲੋਕਾਂ ਨੂੰ ਸੁਣਾਏ। ਅੱਜ ਵੀ ਲੋਕਾਂ ਦੇ ਮਨਾਂ ਦੇ ਅੰਦਰ ਇਹ ਕਿੱਸੇ ਤੇ ਕਹਾਣੀਆਂ ਟਿਕੇ ਬੈਠੇ ਨੇ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਹੀ ਇੱਕ ਗਾਥਾ ਦਾ ਉਦਾਹਰਣ ਮਾਤਰ ਜ਼ਿਕਰ ਕਰਕੇ ਸਾਡੇ ਮਨਾਂ ਦੇ ਹਨੇਰੇ ਨੂੰ ਮਿਟਾਉਣ ਦਾ ਪਰਉਪਕਾਰ ਕੀਤਾ। ਸਤਿਗੁਰੂ ਕਹਿੰਦੇ ਨੇ, ਇੱਕ ਧਰਮ ਦੇ ਨਾਂ ਦੇ ਉੱਤੇ ਇਹ ਗਾਥਾ ਪ੍ਰਚਲਿਤ ਵੀ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਗੁਰੂ ਮਹਾਰਾਜ ਕਹਿੰਦੇ ਵੀ ਇਹ ਕਿੱਸਾ ਪ੍ਰਚਲਿਤ ਹੈ, ਇਹ ਧਰਮ ਦੇ ਨਾਂ ਦੇ ਉੱਤੇ, ਰੱਬ ਦੇ ਨਾਂ ਦੇ ਉੱਤੇ ਇਹ ਕਹਾਣੀ ਸ੍ਰਿਸ਼ਟੀ ਦੇ ਪੈਦਾ ਹੋਣ, ਚੱਲਣ ਤੇ ਖਤਮ ਹੋਣ ਬਾਰੇ ਘੜ ਕੇ ਪੁਜਾਰੀ ਨੇ ਗ੍ਰੰਥਾਂ ਦਾ ਹਿੱਸਾ ਬਣਾਈ ਔਰ ਸਦੀਆਂ ਤੋਂ ਪ੍ਰਚਲਿਤ ਇਹ ਲੋਕਾਂ ਦੇ ਮਨਾਂ ਦੇ ਅੰਦਰ ਵਸੀ ਹੋਈ ਹੈ। ਇੱਕ ਉਦਾਹਰਣ ਮਾਤਰ ਮਹਾਰਾਜ ਇਸ ਦਾ ਜ਼ਿਕਰ ਕਰਕੇ ਸਾਡੇ ਅੰਦਰ ਦੀ ਅਗਿਆਨਤਾ ਨੂੰ ਖਤਮ ਕਰਨਾ ਲੋਚਦੇ ਨੇ। ਸਤਿਗੁਰੂ ਕਹਿਣ ਲੱਗੇ, ਉਹਨਾਂ ਗ੍ਰੰਥਾਂ ਦੀ ਕਥਾ ਮੁਤਾਬਕ ਪੁਜਾਰੀ ਨੇ ਇਹ ਘਟਨਾ ਸੁਣਾਈ, ਇਹ ਗੱਲ ਕਹੀ ਵੀ ਏਕਾ ਮਾਈ ਮਾਇਆ ਜੁਗਤ ਨਾਲ ਪ੍ਰਸੂਤ ਹੋਈ, ਤਿੰਨ ਚੇਲੇ ਪ੍ਰਵਾਣ। ਤਿੰਨ ਚੇਲੇ ਦੇਵਤੇ ਦੇਵ ਉਸ ਵਿੱਚੋਂ ਹੋਂਦ ਵਿੱਚ ਆਏ। ਇੱਕ ਸੰਸਾਰੀ ਇੱਕ ਸੰਸਾਰ ਨੂੰ ਬਣਾਉਂਦਾ ਹੈ, ਸ਼ੁਰੂ ਕਰਦਾ ਹੈ, ਆਰੰਭ ਕਰਦਾ ਹੈ, ਸਿਰਜਦਾ ਹੈ, ਘਾੜਤ ਘੜਦਾ ਹੈ, ਜੀਵਾਂ ਨੂੰ ਪੈਦਾ ਕਰਦਾ ਹੈ, ਸੰਸਾਰ ਨੂੰ ਬਣਾਉਣ ਵਾਲਾ ਹੈ। ਇੱਕ ਭੰਡਾਰੀ, ਇੱਕ ਇਹਨਾਂ ਪੈਦਾ ਹੋਏ ਜੀਵਾਂ ਨੂੰ ਖੁਰਾਕ ਦਿੰਦਾ ਹੈ, ਇਹਨਾਂ ਦੀ ਪਰਵਰਿਸ਼ ਕਰਦਾ ਹੈ, ਇਹਨਾਂ ਦੀ ਪਾਲਣਾ ਕਰਦਾ ਹੈ। ਤੇ ਇੱਕ ਲਾਏ ਦੀ ਬਾਣ, ਇੱਕ ਮੌਤ ਦੀ ਕਚਹਿਰੀ ਲਾ ਕੇ ਬੈਠਾ, ਭਾਵ ਜੀਵਾਂ ਨੂੰ ਤੇ ਸੰਸਾਰ ਨੂੰ ਖਤਮ ਕਰਦਾ ਹੈ। ਇਹਨੇ ਤਿੰਨ ਦੇਵਤੇ ਨੇ, ਪਹਿਲਾ ਹੈ ਬ੍ਰਹਮਾ, ਦੂਜਾ ਹੈ ਵਿਸ਼ਨੂੰ, ਤੀਜਾ ਹੈ ਸ਼ਿਵ। ਬ੍ਰਹਮਾ ਨੂੰ ਇਹ ਕਾਰ ਸੌਂਪੀ ਗਈ ਕਿ ਉਹ ਸੰਸਾਰ ਨੂੰ ਪੈਦਾ ਕਰਦਾ ਹੈ। ਬ੍ਰਹਮਾ ਨੇ ਸੰਸਾਰ ਰਚਿਆ ਹੈ, ਬ੍ਰਹਮਾ ਨੇ ਸ੍ਰਿਸ਼ਟੀ ਰਚੀ ਹੈ, ਬ੍ਰਹਮਾ ਨੇ ਜੀਵ ਜੰਤ ਔਰ ਮਨੁੱਖ ਪੈਦਾ ਕੀਤੇ ਨੇ। ਵਿਸ਼ਨੂੰ ਦਾ ਕਰਤੱਵ ਉਹ ਸਭਨਾਂ ਨੂੰ ਰੋਜ਼ੀ ਦਿੰਦਾ ਹੈ। ਸੰਸਾਰ ਦੇ ਲੋਕਾਂ ਦੇ ਦੁੱਖਾਂ ਦਾ ਉਧਾਰ ਕਰਨ ਵਾਸਤੇ ਉਹ ਯਤਨਸ਼ੀਲ ਹੈ, ਕਾਰਜ ਕਰ ਰਿਹਾ ਹੈ। ਤਾਈਓ ਜਿਤਨੇ ਵੀ ਅਵਤਾਰ ਇਸ ਧਰਤੀ ਤੇ ਆਏ ਲੋਕਾਂ ਦਾ ਦੁੱਖ ਦੂਰ ਕਰਨ ਵਾਸਤੇ, ਉਹ ਵਿਸ਼ਨੂੰ ਦੇ ਸਨ। ਬ੍ਰਾਹਮਣ ਦੀ ਕਥਾ ਦੇ ਮੁਤਾਬਕ ਤੀਸਰਾ ਦੇਵਤਾ ਹੈ ਮਹਾਦੇਵ ਸ਼ਿਵ, ਜਿਹੜਾ ਮੌਤ ਦਾ ਦੇਵਤਾ ਹੈ, ਸੰਘਾਰਕ ਦੇਵਤਾ ਹੈ। ਜਦੋਂ ਤਾਂਡਵ ਨਾਚ ਕਰਦਾ ਹੈ ਸੰਸਾਰ ਦੇ ਅੰਦਰ, ਪਰਲੋ ਆ ਜਾਂਦੀ ਹੈ। ਉਹੀ ਸਮਸਤ ਜੀਵਾਂ ਨੂੰ ਮੌਤ ਦਿੰਦਾ ਹੈ, ਉਹ ਮੌਤ ਵੰਡਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਵੀ ਸਮੁੱਚੇ ਭਾਰਤ ਵਰਸ਼ ਅੰਦਰ ਸਭ ਤੋਂ ਵਧੇਰੇ ਪੂਜਾ ਸ਼ਿਵ ਦੀ ਹੁੰਦੀ ਹੈ, ਕਿਉਂਕਿ ਸਭ ਤੋਂ ਵਧੇਰੇ ਡਰ ਹੀ ਮਨੁੱਖ ਨੂੰ ਮੌਤ ਦਾ ਹੈ। ਸਭ ਤੋਂ ਵਧੇਰੇ ਪੂਜਾ ਸ਼ਿਵ ਦੀ, ਮਹਾਦੇਵ ਦੀ, ਕਿਉਂਕਿ ਸਭ ਤੋਂ ਵਧੇਰੇ ਡਰ ਕਿਹੜੀ ਚੀਜ਼ ਦਾ? ਮੌਤ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਉਦਾਹਰਣ ਨੂੰ, ਜੋ ਇੱਕ ਪੁਰਾਣੀ ਗਾਥਾ ਹੈ, ਗ੍ਰੰਥਾਂ ਦਾ ਭਾਗ ਹੈ, ਪੁਜਾਰੀ ਨੇ ਪ੍ਰਚਲਿਤ ਕੀਤੀ ਹੈ, ਇਸ ਗਾਥਾ ਦਾ ਉਦਾਹਰਣ ਮਾਤਰ ਜ਼ਿਕਰ ਕਰਕੇ ਸਤਿਗੁਰੂ ਕਹਿੰਦੇ ਨੇ, ਹੁਣ ਅੱਗੇ ਆਪਣਾ ਖਿਆਲ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਜਿਮ ਤਿਸ ਭਾਵੈ ਤਿਵੇਂ ਚਲਾਵੈ, ਜਿਮ ਹੋਵੈ ਫਰਮਾਨ। ਹਜ਼ੂਰ ਕਹਿੰਦੇ ਐਸੀਆਂ ਕਹਾਣੀਆਂ ਦੇ ਵਿਚਾਰ ਮਨੋਂ ਤਿਆਗ ਦਿਓ। ਦਰਅਸਲ ਗੱਲ ਇਹ ਹੈ, ਜਿਵੇਂ ਉਸ ਵਾਹਿਗੁਰੂ ਨੂੰ ਭਾਉਂਦਾ, ਭਾਉਂਦਾ ਦਾ ਅਰਥ ਹੈ ਵੀ ਜਿਵੇਂ ਉਹਦੀ ਰਜ਼ਾ ਹੈ, ਜਿਵੇਂ ਉਹਦਾ ਹੁਕਮ ਹੈ, ਤਿਵੇਂ ਚਲਾਵੇ। ਉਸ ਹੁਕਮ ਦੇ ਮੁਤਾਬਕ, ਇੱਕ ਨਿਯਮ ਮੁਤਾਬਕ ਸਾਰਾ ਸੰਸਾਰ ਚੱਲ ਰਿਹਾ। ਜਿਮ ਹੋਵੇ ਫਰਮਾਨ, ਜਿਵੇਂ ਉਹਦਾ ਹੁਕਮ ਹੈ, ਜਿਵੇਂ ਉਹਦੀ ਰਜ਼ਾ ਹੈ, ਜਿਵੇਂ ਉਹਦਾ ਭਾਣਾ ਹੈ, ਉਹ ਵੇਖੈ। ਉਹ ਵਾਹਿਗੁਰੂ ਸਾਰਿਆਂ ਦੀ ਸੰਭਾਲ ਕਰਦਾ ਹੈ, ਵੇਖਦਾ ਹੈ, ਉਹਨਾਂ ਨਜ਼ਰ ਨਾ ਆਵੇ। ਪਰ ਜੀਵਾਂ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਮਹਿਸੂਸ ਨਹੀਂ ਹੁੰਦਾ। ਇਸ ਕੁਦਰਤ ਦੇ ਪਸਾਰੇ ਦੇ ਵਿੱਚੋਂ ਇਸੇ ਕਰਕੇ ਹੀ ਐਸੀਆਂ ਕਹਾਣੀਆਂ ਲੋਕ ਘੜ ਲੈਂਦੇ ਹਨ। ਬਹੁਤਾ ਇਹ ਵਿਡਾਣ, ਇਹ ਅਚਰਜ ਦੀ ਬਾਤ ਹੈ।
ਆਦੇਸ ਨਮਸਕਾਰ ਹੈ। ਤਿਸੈ ਆਦੇਸ, ਉਸ ਅਕਾਲ ਪੁਰਖ ਨੂੰ ਨਮਸਕਾਰ ਹੈ। ਆਦ ਜੋ ਸਾਰੇ ਜਗਤ ਦਾ ਮੁੱਢ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਤਿਗੁਰੂ ਦੇ ਪਿਆਰ ਵਾਲਿਓ, ਹਜ਼ੂਰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਸੰਸਾਰ ਵਿੱਚ ਰਮ ਕੇ ਜਗਤ ਦੇ ਇਸ ਪਸਾਰੇ ਨੂੰ ਚਲਾ ਰਿਹਾ ਹੈ। ਇਹਦਾ ਜਿਤਨਾ ਵੀ ਵਿਹਾਰ ਹੈ, ਇਹ ਸੰਸਾਰ ਦਾ ਕਾਰ ਵਿਹਾਰ ਜੋ ਵੀ ਚੱਲ ਰਿਹਾ ਹੈ, ਸਤਿਗੁਰੂ ਕਹਿੰਦੇ ਉਹਦੇ ਇੱਕ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਿਹਾ। ਇਸ ਕਰਕੇ ਸ਼ਬਦ ਵਰਤੇ ਏਕ ਆਚਾਰ, ਰੰਗ ਇੱਕ ਰੂਪ। ਇਹ ਜਿਤਨੇ ਵੀ ਸੰਸਾਰ ਦੇ ਰੂਪ ਨੇ ਤੇ ਰੰਗ ਨੇ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਇਹ ਸਾਰੇ ਉਸ ਇੱਕ ਦੀ ਪੈਦਾਇਸ਼ ਨੇ। ਉਸ ਇੱਕ ਤੋਂ ਸਾਰਾ ਬ੍ਰਹਿਮੰਡ ਹੋਂਦ ਵਿੱਚ ਆਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਵਚਨ ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਕਦੇ ਤੁਸੀਂ ਸਾਂਗ ਧਾਰੀ ਵੇਖਿਆ ਹੋਵੇ। ਇਹ ਸਮਝਾਉਣ ਦਾ ਢੰਗ ਹੈ ਗੁਰੂ ਸਾਹਿਬ ਦਾ। ਸਾਡਾ ਧਿਆਨ ਉਸ ਸੱਤਾ ਵਾਲੇ ਪਾਸੇ ਖੜਨ ਦਾ, ਇਹ ਜਗਤ ਦੇ ਪਸਾਰੇ ਦੀ ਸੋਝੀ ਦੇਣ ਦਾ। ਸਤਿਗੁਰੂ ਜੀ ਆਖਦੇ ਨੇ, ਤੁਸੀਂ ਕਦੇ ਉਹ ਸਾਂਗ ਉਤਾਰਨ ਵਾਲਾ ਵੇਖਿਆ ਹੋਵੇ ਵੀ ਸਾਂਗ ਉਤਾਰਦਾ ਕੋਈ ਤਰ੍ਹਾਂ ਤਰ੍ਹਾਂ ਦੇ ਭੇਖ ਲਿਬਾਸ ਬਦਲ ਕੇ, ਤਰ੍ਹਾਂ ਤਰ੍ਹਾਂ ਦੇ ਰੂਪ ਬਣਾ ਕੇ ਲੋਕਾਂ ਦਾ ਮਨ ਪਰਚਾਵਾ ਕਰਨ ਵਾਲਾ। ਹੁਣ ਉਹ ਇਨਸਾਨ ਇੱਕੋ ਹੀ ਹੁੰਦਾ ਹੈ, ਪਰ ਰੂਪ ਵੱਖਰੇ ਵੱਖਰੇ ਬਣਾਉਂਦਾ ਹੈ, ਵਸਤਰ ਵੱਖਰੇ ਵੱਖਰੇ ਪਾਉਂਦਾ ਹੈ, ਆਪਣਾ ਸਾਂਗ ਵੱਖਰੇ ਵੱਖਰੇ ਢੰਗ ਨਾਲ ਉਤਾਰਦਾ ਹੈ। ਸਾਂਗ ਉਤਾਰ ਥਮਿਓ ਪਸਾਰਾ, ਤਬ ਏਕੈ ਏਕੰਕਾਰਾ। ਗੁਰੂ ਮਹਾਰਾਜ ਕਹਿੰਦੇ ਨੇ ਉਹ ਇਨਸਾਨ ਤੇ ਇੱਕ ਹੀ, ਇਹ ਸਾਂਗ ਕਈ ਤਰ੍ਹਾਂ ਦਾ ਰਚਦਾ ਹੈ। ਸੱਤਾ ਤੇ ਇੱਕ ਹੀ, ਇਹ ਸਾਰਾ ਸੰਸਾਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਬਹੁ ਭਾਂਤੀ ਪਸਾਰਾ ਰਚਿਆ, ਜਿਹਨੂੰ ਸੋਧਰ ਦੇ ਪਾਵਨ ਸ਼ਬਦ ਵਿੱਚ ਆਪਾਂ ਪੜ੍ਹਦੇ ਹਾਂ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ ਇਸ ਸੰਸਾਰ ਦੀ ਰਚਨਾ ਉਸਨੇ ਪੈਦਾ ਕੀਤੀ ਹੈ। ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ। ਤੋ ਸਤਿਗੁਰੂ ਆਖਦੇ ਨੇ ਸੰਸਾਰ ਦਾ ਬਹੁ ਰੰਗੀ ਪਸਾਰਾ ਜਿਹੜਾ ਹੈ, ਸੰਸਾਰ ਦਾ ਬਹੁਤੇ ਕਿਸਮਾਂ ਦਾ ਪਸਾਰਾ ਜਿਹੜਾ ਹੈ, ਉਸ ਇੱਕ ਵਾਹਿਗੁਰੂ ਤੋਂ ਹੋਂਦ ਵਿੱਚ ਆਇਆ। ਅਨੇਕਾਂ ਹੀ ਰੂਪ ਨੇ ਸੰਸਾਰ ਦੇ ਅੰਦਰ, ਅਨੇਕਾਂ ਹੀ ਰੰਗ ਨੇ, ਅਨੇਕਾਂ ਹੀ ਬਣਾਵਟਾਂ ਨੇ, ਔਰ ਅਨੇਕਤਾ ਦਾ ਜਿਹੜਾ ਕਾਰ ਵਿਹਾਰ ਚੱਲ ਰਿਹਾ ਹੈ, ਕਰ ਇੱਕ ਹੀ ਰਿਹਾ ਹੈ। ਬੀਜ ਹੁੰਦਾ ਹੈ ਨਾ, ਜ਼ਮੀਨ ਦੇ ਵਿੱਚ ਸੁੱਟਿਆ ਜਾਏ, ਉਗਦਾ ਹੈ, ਪੌਦਾ ਬਣਦਾ ਹੈ, ਉਸ ਨੂੰ ਫੁੱਲ ਲੱਗਦੇ ਨੇ, ਫਿਰ ਫਲ ਲੱਗਦਾ ਹੈ। ਫਲ ਜਦੋਂ ਪੱਕ ਜਾਏ, ਉਸ ਫਲ ਨੂੰ ਕੱਟ ਕੇ ਦੇਖਿਆ ਜਾਏ ਤਾਂ ਉਹਦੇ ਵਿੱਚ ਉਹੋ ਜਿਹਾ ਹੀ ਬੀਜ ਮੌਜੂਦ ਹੁੰਦਾ ਹੈ, ਜਿਹੋ ਜਿਹੇ ਬੀਜ ਤੋਂ ਸਾਰਾ ਬਾਕੀ ਦਰਖਤ ਪੈਦਾ ਹੋਇਆ। ਉਸ ਬੂਟੇ ਨੇ ਜਨਮ ਲਿਆ, ਹੋਂਦ ਵਿੱਚ ਆਇਆ। ਓੜਕ ਆਰੰਭ ਜਿਹੜਾ ਇੱਕ ਬੀਜ ਤੋਂ ਹੋਇਆ, ਔਰ ਓੜਕ ਅਖੀਰ ਵੀ ਜਾ ਕੇ ਜੋ ਸਿਰਾ ਹੈ ਉਸ ਦਰਖਤ ਦਾ, ਉਹ ਹੈ ਫਲ। ਤੇ ਫਲ ਦੇ ਵਿਚਲਾ ਜਿਹੜਾ ਮੇਨ ਭਾਗ ਹੈ, ਉਹ ਉਸ ਦਾ ਬੀਜ, ਸੇਮ ਉਹੋ ਜਿਹਾ ਬੀਜ। ਇੱਕ ਤੋਂ ਪੈਦਾ ਹੋਇਆ ਪਸਾਰਾ, ਇੱਕ ਦੇ ਵਿੱਚ ਹੀ ਵਿਆਪਕ ਹੈ, ਸਮਾਇਆ ਹੋਇਆ ਹੈ ਤਾਣੇ ਪੇਟੇ ਵਾਂਗ। ਗੁਰੂ ਨਾਨਕ ਮਹਾਰਾਜ ਕਹਿੰਦੇ, ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਅਗਨੀ ਅਸਰੂਪ। ਪੌਣ ਕਹਿੰਦੇ ਨੇ ਹਵਾ ਨੂੰ, ਪਾਣੀ ਅਗਨੀ, ਅਗਨੀ ਕਹਿੰਦੇ ਨੇ ਅੱਗ ਨੂੰ। ਹਵਾ, ਪਾਣੀ ਤੇ ਅੱਗ, ਸਤਿਗੁਰੂ ਆਖਦੇ ਨੇ ਉਹ ਇਹਨਾਂ ਤੱਤਾਂ ਦੇ ਵਿੱਚ, ਇਹਨਾਂ ਦੇ ਵਿੱਚ ਜੋ ਤੱਤ ਨੇ ਉਹ ਵੀ ਵਾਹਿਗੁਰੂ ਦੇ ਹੁਕਮ ਨਿਯਮ ਦੇ ਤੱਤ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਾਰਾ ਪਸਾਰਾ ਉਸ ਵਾਹਿਗੁਰੂ ਦਾ ਰੂਪ ਹੋਣਾ। ਇਸ ਦਾ ਮਤਲਬ ਇਹ ਨਾ ਕੱਢਿਆ ਜਾਏ ਕਿ ਹਵਾ ਰੱਬ ਦਾ ਰੂਪ ਹੈ, ਪਾਣੀ ਰੱਬ ਦਾ ਰੂਪ ਹੈ, ਅਗਨੀ ਰੱਬ ਦਾ ਰੂਪ ਹੈ, ਤੇ ਇਹਨਾਂ ਸਭ ਚੀਜ਼ਾਂ ਦੀ ਪੂਜਾ ਹੋ ਜਾਏ ਤੇ ਰੱਬ ਦੀ ਹੀ ਪੂਜਾ ਹੈ। ਨਹੀਂ, ਉਹਦਾ ਰੂਪ ਤੇ ਹਰ ਇੱਕ ਚੀਜ਼ ਇਸ ਸੰਸਾਰ ਦਾ। ਦੋ ਰੂਪ ਗੁਰੂ ਗ੍ਰੰਥ ਸਾਹਿਬ ਨੇ ਕਹੇ ਨੇ, ਇੱਕ ਹੈ ਨਿਰਗੁਣ, ਇੱਕ ਹੈ ਸਰਗੁਣ। ਤੁਸੀਂ ਜਦੋਂ ਸ਼ਬਦ ਪੜ੍ਹਦੇ ਹੋ, ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਵਾਲਾ, ਉਸ ਸ਼ਬਦ ਅੰਦਰ ਗੁਰੂ ਨਾਨਕ ਮਹਾਰਾਜ ਇੱਕ ਬੜੀ ਕੀਮਤੀ ਵਿਚਾਰ ਸਮਝਾਉਂਦੇ ਨੇ ਸਾਨੂੰ। ਕਹਿੰਦੇ ਸਹਿਸ ਤਵ ਨੈਣ, ਇਹ ਅਕਾਲ ਪੁਰਖ ਤੇਰੇ ਸੈਂਕੜੇ ਹੀ ਨੈਣ ਨੇ, ਸੈਂਕੜੇ ਹੀ ਤੇਰੀਆਂ ਅੱਖਾਂ ਨੇ। ਸਹਿਸ ਤਵ ਨੈਣ, ਪਰ ਅੱਗੇ ਸ਼ਬਦ ਵਰਤੇ ਨਨ ਨੈਣ ਹੈ ਤੋਹੇ ਕੋ। ਤੇਰਾ ਆਪਣਾ ਇੱਕ ਵੀ ਨੈਣ, ਤੇਰੀ ਆਪਣੀ ਇੱਕ ਵੀ ਅੱਖ ਨਹੀਂ। ਸੰਸਾਰ ਦੀਆਂ ਸੈਂਕੜੇ ਅੱਖਾਂ, ਹਜ਼ਾਰਾਂ ਅੱਖਾਂ ਤੇਰੀਆਂ ਨੇ, ਪਰ ਜੇ ਤੇਰੇ ਸਰੂਪ ਦੀ ਗੱਲ ਕਰੀਏ ਤੇ ਤੇਰੀ ਆਪਣੀ ਇੱਕ ਵੀ ਅੱਖ ਨਹੀਂ, ਕਿਉਂਕਿ ਤੂੰ ਨਿਰਾਕਾਰ ਹੈ। ਫਿਰ ਕਮਾਲ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ
ਆ ਸੰਸਾਰ ਦੇ ਹਜ਼ਾਰਾਂ ਹੀ ਚਿਹਰੇ ਇਹ ਤੇਰੇ ਨੇ। ਸਹਿਸ ਮੂਰਤ ਨਨਾ ਇੱਕ ਤੋਹੀ, ਪਰ ਤੇਰੀ ਆਪਣੀ ਇੱਕ ਵੀ ਮੂਰਤ, ਤੇਰੀ ਆਪਣੀ ਇੱਕ ਵੀ ਸ਼ਕਲ ਨਹੀਂ। ਜੇ ਤੇਰੇ ਰੂਪ ਦੀ ਗੱਲ ਕੀਤੀ ਜਾਏ ਕਿ ਤੇਰੀਆਂ ਅੱਖਾਂ ਕੈਸੀਆਂ ਨੇ, ਨੱਕ ਕੈਸਾ ਹੈ, ਤੇਰਾ ਚਿਹਰਾ ਕੈਸਾ ਹੈ, ਤੇਰੀ ਚਮੜੀ ਕੈਸੀ ਹੈ, ਤੇਰਾ ਰੰਗ, ਉਹ ਇੱਕ ਵੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਹਜ਼ੂਰ ਆਖਦੇ ਨੇ ਹਜ਼ਾਰਾਂ ਹੀ ਪੈਰ ਤੇਰੇ ਨੇ, ਪਰ ਤੇਰਾ ਆਪਣਾ ਵੀ ਇੱਕ ਵੀ ਪੈਰ ਨਹੀਂ। ਗੰਧ ਬਿਨ, ਤੂੰ ਨੱਕ ਤੋਂ ਬਿਨ ਹੈ, ਤੇਰਾ ਆਪਣਾ ਇੱਕ ਵੀ ਨੱਕ ਨਹੀਂ। ਸਹਿਸ ਤਵ ਗੰਧ, ਆ ਸੰਸਾਰ ਦੇ ਹਜ਼ਾਰਾਂ ਨੱਕ ਤੇਰੇ ਨੇ। ਇਮ ਚਲਤ ਮੋਈ, ਮੈਨੂੰ ਤੇਰੀ ਇਹ ਖੇਡ ਮੋਹ ਲੈਂਦੀ ਏ। ਮੇਰੇ ਮਨ ਨੂੰ ਤੇਰੀ ਇਹ ਖੇਡ ਬੜਾ ਹੈਰਾਨ ਕਰਦੀ ਏ, ਵਿਸਮਾਦ ਵਿੱਚ ਲੈ ਜਾਂਦੀ ਏ ਵੀ ਸੰਸਾਰ ਦੀਆਂ ਹਜ਼ਾਰਾਂ ਅੱਖਾਂ ਤੇਰੀਆਂ ਨੇ, ਤੇਰੀ ਆਪਣੀ ਇੱਕ ਵੀ ਅੱਖ ਨਹੀਂ। ਸੰਸਾਰ ਦੇ ਹਜ਼ਾਰਾਂ ਚਿਹਰੇ ਤੇਰੇ ਨੇ, ਤੇਰਾ ਆਪਣਾ ਇੱਕ ਵੀ ਚਿਹਰਾ ਸਰੂਪ ਨਹੀਂ। ਸੰਸਾਰ ਦੇ ਹਜ਼ਾਰਾਂ ਪੈਰ ਤੇਰੇ ਨੇ, ਤੇਰਾ ਆਪਣਾ ਇੱਕ ਵੀ ਪੈਰ ਨਹੀਂ। ਔਰ ਸੰਸਾਰ ਦੇ ਹਜ਼ਾਰਾਂ ਨੱਕ ਤੇਰੇ ਨੇ, ਤੇਰਾ ਆਪਣਾ ਇੱਕ ਵੀ ਨੱਕ ਨਹੀਂ। ਭਾਵ ਇਹ ਪਸਾਰਾ ਜੋ ਦਿਸ ਰਿਹਾ ਹੈ, ਜੀਵ ਜੰਤੂ ਜੋ ਕੁਝ ਵੀ ਹੈ, ਇਹ ਸਭ ਤੇਰਾ ਸਰਗੁਣ ਰੂਪ ਹੈ। ਇਹਨਾਂ ਵਿੱਚ ਤੂੰ ਜੋਤ ਰੂਪ ਵਿੱਚ ਹੈ, ਇਸ ਕਰਕੇ ਸਾਰਾ ਪਸਾਰਾ ਤੇਰਾ ਹੀ ਰੂਪ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਵੇਖੋ ਅਸੀਂ ਜ਼ਿੱਦ ਕਰੀਏ ਵੀ ਅਕਾਲ ਪੁਰਖ ਵਾਹਿਗੁਰੂ ਸਾਨੂੰ ਅੱਖਾਂ ਨਾਲ ਦਿਸੇ, ਵੀ ਰੱਬ ਵੇਖੀਏ ਅਸੀਂ ਕੈਸਾ ਹੁੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਡਾ ਇਹ ਭਰਮ ਦੂਰ ਕਰਦਿਆਂ ਕਹਿੰਦੇ ਨੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਅਜੋ ਤੁਸੀਂ ਵਿਸ਼ਵ ਸਾਰਾ ਸੰਸਾਰ ਵੇਖ ਰਹੇ ਹੋ, ਪਸਾਰਾ, ਮਹਾਰਾਜ ਕਹਿੰਦੇ ਉਹਦਾ ਸਰਗੁਣ ਰੂਪ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਰੱਬ ਦਾ ਰੂਪ ਹੈ। ਹਰ ਰੂਪ ਨਦਰੀ ਆਇਆ। ਸਤਿਗੁਰੂ ਜੀ ਆਖਦੇ ਨੇ ਇਸ ਨੂੰ ਵੇਖੋ, ਇਹ ਸਾਰਾ ਪਸਾਰਾ ਉਸੇ ਦਾ ਹੀ ਹੈ, ਇਹ ਸਭ ਉਸੇ ਦਾ ਹੀ ਰੂਪ ਹੈ। ਇਹ ਜਗਤ ਦੀ ਰਚਨਾ ਤੇ ਖੇਡ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਰਚੀ ਹੈ। ਇਸ ਵਿੱਚੋਂ ਉਸ ਨੂੰ ਮਹਿਸੂਸ ਕਰੋ। ਤਾਈਓ ਤਾਂ ਇਹ ਸ਼ਬਦ ਜਿਹੜਾ ਹੈ, ਭਾਵੇਂ ਇਸ ਸ਼ਬਦ ਦੀ ਅਰਥ ਕਰਨ ਵੇਲੇ ਵੀ ਕਠਿਨਾਈ ਹੁੰਦੀ ਏ, ਇਸ ਦੀ ਵਿਆਖਿਆ ਤਾਂ ਹੈ ਹੀ ਬੜੀ ਕਠਿਨ, ਕਿਉਂਕਿ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੀ ਫੀਲਿੰਗ ਨਾਲ, ਮਹਿਸੂਸ ਕਰਨ ਨਾਲ ਸੰਬੰਧ ਰੱਖਦੀਆਂ ਨੇ। ਤੁਸੀਂ ਜਦੋਂ ਆਸਾ ਕੀ ਵਾਰ ਦਾ ਇਹ ਪਾਵਨ ਬਚਨ ਪੜ੍ਹਦੇ ਹੋ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ ਇਤਿਆਦਿਕ। ਇਹ ਸਾਰਾ ਸ਼ਲੋਕ ਜੋ ਹੈ, ਹੁਣ ਵਿਸਮਾਦ ਸ਼ਬਦ ਦਾ ਅਰਥ ਹੁੰਦਾ ਹੈ ਹੈਰਾਨੀ ਤੇ ਪਿਆਰ। ਇਹ ਦੋ ਅੰਦਰ ਦੀਆਂ ਫੀਲਿੰਗ ਜਦੋਂ ਇਕੱਠੀਆਂ ਹੋ ਜਾਣ ਤੇ ਜਿਹੜੀ ਸਾਂਝੀ ਫੀਲਿੰਗ, ਸਾਂਝੀ ਮਹਿਸੂਸ ਕਰਨ ਦੀ ਭਾਵਨਾ ਬਣਦੀ ਹੈ। ਜਿੱਥੇ ਹੈਰਾਨੀ ਤੇ ਪਿਆਰ ਦਾ ਜਜ਼ਬਾ ਰਲ ਜਾਏ, ਉਹ ਜੋ ਮਹਿਸੂਸ ਹੁੰਦਾ ਹੈ ਮਨ ਨੂੰ, ਜਿੱਥੇ ਪਿਆਰ ਤੇ ਹੈਰਾਨੀ ਇਕੱਠੇ ਮਹਿਸੂਸ ਹੋਣ, ਉਹ ਮਨ ਦੀ ਅਵਸਥਾ ਨੂੰ ਵਿਸਮਾਦ ਕਹਿੰਦੇ ਨੇ। ਹੁਣ ਇਹਦੀ ਕੀ ਵਿਆਖਿਆ ਹੋਵੇ ਜੀ, ਸੋਚੋ ਜ਼ਰਾ। ਜਿੱਦਾਂ ਮਹਿਸੂਸ ਕਰਨ ਦੀ ਗੱਲ ਹੈ ਨਾ, ਵੀ ਗੁਰੂ ਨਾਨਕ ਮਹਾਰਾਜ ਉਸ ਅਕਾਲ ਪੁਰਖ ਦੀ ਹੋਂਦ ਨੂੰ ਸੰਸਾਰ ਚੋਂ ਇਵੇਂ ਮਹਿਸੂਸ ਕਰਦੇ ਨੇ ਤੇ ਆਪਣੇ ਸ਼ਬਦਾਂ ਰਾਹੀਂ ਗੁਰੂ ਨਾਨਕ ਮਹਾਰਾਜ ਇਸ ਗੱਲ ਨੂੰ ਬਿਆਨ ਕਰਦੇ ਨੇ। ਵਾਹਿਗੁਰੂ ਅਤ ਆਚਰਮੈ, ਬੜੀ ਹੈਰਾਨੀ ਤੇ ਪਿਆਰ ਹੈ ਤੇਰੀ ਇਸ ਕੁਦਰਤ ਉੱਤੇ। ਜੋ ਕੁਝ ਇਹ ਵਰਤਾਰਾ ਕੁਦਰਤ ਦਾ ਵਾਪਰਿਆ, ਮੇਰਾ ਤੇ ਮਨ ਮੋਹਿਆ ਗਿਆ। ਇਮ ਚਲਤ ਮੋਹੀ, ਇਹ ਚਲਤ ਤੇਰੀ ਇਹ ਜਗਤ ਦੀ ਖੇਡ ਮੈਨੂੰ ਮੋਹ ਲੈਂਦੀ ਹੈ। ਜਦੋਂ ਮੈਂ ਤੇਰੇ ਇਸ ਸੰਸਾਰ ਵਿੱਚ ਵਸੇ ਹੋਣ ਦੇ ਭਾਵ ਨੂੰ ਮਹਿਸੂਸ ਕਰਦਾ ਤੇ ਮੇਰਾ ਮਨ ਮੋਹਿਆ ਜਾਂਦਾ ਹੈ। ਇਹੀ ਕਾਰਨ ਹੈ ਵੀ ਮੇਰਾ ਧਿਆਨ ਤੇਰੀ ਰਚਨਾ ਵਾਲੇ ਪਾਸੇ ਜਦੋਂ ਜਾਂਦਾ ਹੈ ਤੇ ਮੇਰਾ ਮਨ ਕਰਦਾ ਹੈ ਮੈਂ ਸੰਸਾਰ ਦੀ ਸੇਵਾ ਕਰਾਂ। ਮੇਰਾ ਜੀ ਕਰਦਾ ਹੈ ਮੈਂ ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਣ ਕਰਦਿਆਂ ਤੇ ਤੇਰੇ ਸੰਸਾਰ ਵਿੱਚ ਜਿਹੜੇ ਚਲਤ ਨੇ ਨਾ, ਧੀਰੋਂ ਦੇਖ ਤੁਮਾਰੇ ਰੰਗਾ, ਮੇਰੇ ਮਨ ਨੂੰ ਧੀਰਜ ਟਿਕਾ ਮਿਲਦਾ ਜਦੋਂ ਮੈਂ ਤੇਰੇ ਇਹ ਤਰ੍ਹਾਂ ਤਰ੍ਹਾਂ ਦੇ ਕੌਤਕ ਸੰਸਾਰ ਦੇ ਵੇਖਦਾ, ਜੀਵਾਂ ਵਿੱਚ ਵਸਿਆ ਹੋਇਆ ਵੇਖਦਾ, ਇਹ ਹੈਰਾਨੀ ਭਰਿਆ ਤੇਰਾ ਬ੍ਰਹਿਮੰਡ ਦਾ ਪਸਾਰਾ ਤੱਕਦਾ, ਮਹਿਸੂਸ ਕਰਦਾ। ਮੇਰਾ ਜੀ ਕਰਦਾ ਮੈਂ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਹੇ ਖਲਕਤ ਵਿੱਚ ਵਸੇ ਹੋਏ ਵਾਹਿਗੁਰੂ ਤੇਰੀ ਖਲਕਤ ਦੀ ਸੇਵਾ ਦੇ ਲੇਖੇ ਲਾ ਦਿਆਂ।
ਗੁਰੂ ਨਾਨਕ ਮਹਾਰਾਜ ਆਪਣੇ ਘਰ ਵਿੱਚ ਬੜੇ ਸੁਖੀ ਸਨ। ਉਹਨਾਂ ਦਾ ਪਿਤਾ ਜੀ, ਪਿਤਾ ਕਲਿਆਣ ਦਾਸ ਪਟਵਾਰੀ ਸਨ। ਜ਼ਮੀਨ ਤੇ ਜਾਇਦਾਦ ਵੀ ਚੋਖੀ ਸੀ। ਬੜਾ ਰੱਜਿਆ ਪੁੱਜਿਆ ਸਹਿੰਦਾ ਪਰਿਵਾਰ, ਸਮਾਜ ਦੇ ਵਿੱਚ ਚੰਗਾ ਮਾਣ ਆਦਰ ਤੇ ਸਤਿਕਾਰ ਵੀ ਬਣਿਆ ਹੋਇਆ। ਪਿਤਾ ਜੀ ਦੀ ਕਿਰਤ ਜਿਹੜੀ ਸੀ ਉਹ ਕੁਝ ਉਚੇਰੀ ਸੀ, ਪੜ੍ਹਿਆ ਲਿਖਿਆ ਪਰਿਵਾਰ, ਔਰ ਵੈਸੇ ਵੀ ਮਾਣ ਸਤਿਕਾਰ ਉਹਨਾਂ ਦੇ ਸੁਭਾਅ, ਉਹਨਾਂ ਦੇ ਕਰਮ ਕਰਤੱਵ ਕਰਕੇ ਆਲੇ ਦੁਆਲੇ ਵਿੱਚ ਬੜਾ। ਰਾਏ ਬੁਲਾਰ ਵਰਗੇ ਇਨਸਾਨ ਗੁਰੂ ਨਾਨਕ ਮਹਾਰਾਜ ਦਾ ਅਦਬ ਤੇ ਸਤਿਕਾਰ ਕਰਦੇ ਨੇ। ਗੁਰੂ ਨਾਨਕ ਮਹਾਰਾਜ ਦੇ ਜੀਜਾ ਭਾਈਆ ਜੈ ਰਾਮ ਜੀ ਨਵਾਬ ਦੌਲਤ ਖਾਨ ਦੇ ਕੋਲ ਸੁਲਤਾਨਪੁਰ ਵਿੱਚ ਬਹੁਤ ਉੱਚੀ ਪਦਵੀ ਦੇ ਉੱਤੇ ਸਰਕਾਰੀ ਨੌਕਰੀ ਮੁਲਾਜ਼ਮਤ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਮਾਤਾ ਔਰ ਭੈਣ ਕੋਲੋਂ, ਪਿਤਾ ਕੋਲੋਂ ਅਥਾਹ ਪਿਆਰ ਪ੍ਰਾਪਤ ਹੋਇਆ। ਉਹਨਾਂ ਦੀ ਪਤਨੀ ਬੀਬੀ ਸੁਲੱਖਣੀ ਜੀ ਬੜੇ ਆਗਿਆਕਾਰ ਪਤਨੀ ਨੇ। ਜ਼ਿੰਦਗੀ ਦੇ ਹਰ ਦੁੱਖ ਸੁੱਖ ਤੇ ਭਾਵਨਾਵਾਂ ਨੂੰ ਮਹਿਸੂਸ ਕਰਨ ਵਾਲੇ ਨੇ। ਉਹਨਾਂ ਦੇ 2 ਪੁੱਤਰ ਨੇ। ਬੜਾ ਆਲਾ ਦੁਆਲਾ ਉਹਨਾਂ ਦੀ ਰਿਸਪੈਕਟ, ਉਹਨਾਂ ਦਾ ਸਤਿਕਾਰ ਕਰਨ ਵਾਲਾ ਹੈ। ਪਰ ਫਿਰ ਵੀ ਜ਼ਰਾ ਗੌਰ ਕਰੋ, ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਅਜ਼ੀਜ਼ ਪਿਆਰੇ ਭਾਈ ਮਰਦਾਨਾ ਜੀ ਨੂੰ ਨਾਲ ਲਿਆ। ਸਤਿਗੁਰੂ ਬਿਖੜੇ ਪੈਂਡਿਆਂ ਨੂੰ ਤੁਰ ਪਏ। ਜੰਗਲਾਂ ਦਾ, ਪਹਾੜਾਂ ਦਾ, ਰੇਗਿਸਤਾਨਾਂ ਦਾ, ਸਮੁੰਦਰਾਂ ਦਾ ਇਹ ਪੈਂਡਾ ਗੁਰੂ ਨਾਨਕ ਮਹਾਰਾਜ ਨੇ ਤੈਅ ਕੀਤਾ ਹੈ। ਇਹ ਪੈਂਡਾ ਤੈਅ ਕਰਦਿਆਂ, ਇਹ ਸਫ਼ਰ ਕਰਦਿਆਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਬੁਰੇ ਤੋਂ ਬੁਰੇ ਲੋਕਾਂ ਦੇ ਨਾਲ ਸਤਿਗੁਰੂ ਜੀ ਮਿਲੇ ਨੇ, ਬੈਠੇ ਨੇ, ਵਿਚਾਰ ਹੋਏ ਨੇ, ਵਿਚਾਰ ਸਾਂਝੇ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਕਈ ਧਰਮ ਅਸਥਾਨਾਂ ਤੇ ਜਾਣ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੌਕਾ ਬਣਿਆ। ਕਈ ਲੋਕ ਅਦਬ ਕਰਨ ਵਾਲੇ ਸਨ, ਕਈ ਗੁਸਤਾਖੀਆਂ ਕਰਨ ਵਾਲੇ, ਨਿੰਦਾ ਕਰਨ ਵਾਲੇ, ਕਈ ਤਰ੍ਹਾਂ ਦੇ ਕਬੂਲ ਬੋਲਣ ਵਾਲੇ। ਜਾਨ ਦਾ ਖਤਰਾ ਹੈ, ਭੁੱਖ ਤੇ ਨੀਂਦਰਾ ਇਤਿਆਦਿਕ, ਇਹ ਸਭ ਕੁਝ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਉੱਤੇ ਸਹਿਣ ਕੀਤਾ ਹੈ। ਪਰ ਜ਼ਰਾ ਗੌਰ ਕਰੋ, ਕਿਉਂ ਭਲਾ? ਕੀ ਜ਼ਰੂਰਤ ਹੈ ਗੁਰੂ ਨਾਨਕ ਮਹਾਰਾਜ ਨੂੰ? ਕੋਈ ਚੇਲੇ ਬਣਾਉਣ ਨਹੀਂ ਸਨ ਗਏ ਵੀ ਮੇਰੇ ਸੇਵਕਾਂ ਦੀ ਗਿਣਤੀ ਵਧੇ, ਥਾਂ ਥਾਂ ਦੇ ਉੱਤੇ ਮੇਰਾ ਨਾਮ ਹੋਵੇ। ਗੁਰੂ ਨਾਨਕ ਮਹਾਰਾਜ ਦਾ ਇੱਕੋ ਹੀ ਆਸ਼ਾ ਹੈ। ਉਹ ਤਾਂ ਕਹਿੰਦੇ ਸਨ, ਮੈਂ ਰੱਬ ਦਾ ਬੰਦਾ, ਮੈਂ ਤਾਂ ਤੁਹਾਡਾ ਭਾਈ ਹਾਂ। ਬਸ ਮੇਰੇ ਮਨ 'ਚ ਇੱਕ ਖਿਆਲ ਆਇਆ ਵੀ ਰੱਬ ਦੀ ਗੱਲ ਜਿੰਨੀ ਕੁ ਮੈਨੂੰ ਪਤਾ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਸਤਿਗੁਰੂ ਜੀ ਹਰ ਇੱਕ ਪ੍ਰਾਣੀ ਮਾਤਰ ਨੂੰ ਬਰਾਬਰ ਦਾ ਅਧਿਕਾਰ ਤੇ ਪਿਆਰ ਵੰਡਦਿਆਂ ਹੋਇਆਂ ਇਹ ਸਫ਼ਰ ਤੈਅ ਕਰਦੇ ਨੇ। ਪਰ ਇੰਨੇ ਕਸ਼ਟ ਗੁਰੂ ਨਾਨਕ ਨੇ ਸਹੇ ਨੇ, ਤੇ ਵਜ੍ਹਾ ਕੀ ਹੈ? ਕਿਉਂਕਿ ਗੁਰੂ ਨਾਨਕ ਮਹਾਰਾਜ ਸਾਰੀ ਖਲਕਤ ਵਿੱਚ ਉਸ ਖਾਲਕ ਨੂੰ ਵੇਖਦੇ ਨੇ ਵੀ ਉਹ ਰੱਬ ਤੇ ਸਭਨਾ ਵਿੱਚ ਹੈ। ਇਹੋ ਹੀ ਰੱਬ ਦੀ ਸੇਵਾ ਹੈ ਵੀ ਖਲਕਤ ਦੀ ਸੇਵਾ ਕਰੋ, ਮਨੁੱਖਤਾ ਵਾਲੇ ਪਾਸੇ ਧਿਆਨ ਕਰੋ। ਇੱਕ ਬੇਨਤੀ ਕਰਾਂ, 3 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ। 3 ਸ਼ਬਦ, ਨਾਮ, ਦਾਨ, ਇਸ਼ਨਾਨ ਦ੍ਰਿੜ, ਸਦਾ ਕਰੋ ਗੁਰ ਕਥਾ। 3 ਸ਼ਬਦ ਨੇ, ਨਾਮ, ਦਾਨ ਤੇ ਇਸ਼ਨਾਨ। ਇਹਦਾ ਭਾਵ ਸਮਝਣਾ। ਭਾਈ ਗੁਰਦਾਸ ਜੀ ਵੀ ਇਹ ਸ਼ਬਦ ਵਰਤਦੇ ਨੇ ਆਪਣੀਆਂ ਵਾਰਾਂ ਵਿੱਚ। ਉਹ ਕਹਿੰਦੇ ਨੇ ਨਾਮ, ਦਾਨ, ਇਸ਼ਨਾਨ ਦ੍ਰਿੜਾਇਆ। ਗੁਰੂ ਨੇ ਨਾਮ ਦ੍ਰਿੜ ਕਰਵਾਇਆ, ਦਾਨ ਦ੍ਰਿੜ ਕਰਵਾਇਆ, ਇਸ਼ਨਾਨ ਦ੍ਰਿੜ ਕਰਵਾਇਆ। 3 ਸ਼ਬਦ ਵਰਤੇ ਨੇ ਉਹਨਾਂ ਨੇ। ਨਾਮ ਦਾ ਅਰਥ ਪਤਾ ਕੀ ਹੈ? ਰੱਬ ਵਾਲੇ, ਜੋ ਸਭ ਤੋਂ ਵੱਡੀ ਤਾਕਤ ਹੈ, ਸ਼੍ਰੋਮਣੀ ਸੱਤਾ ਹੈ, ਜਗਤ ਦੀ ਪਾਲਕ ਹੈ, ਸਿਰਜਣਹਾਰ ਹੈ, ਘਾਲਕ ਹੈ। ਉਹ ਸੱਚ ਅਕਾਲ ਪੁਰਖ ਜੋ ਸਭਨਾ ਵਿੱਚ ਹੈ, ਉਸ ਰੱਬ ਵਾਲੇ ਪਾਸੇ ਧਿਆਨ ਕਰਨਾ ਵੀ ਆਪਣੀ ਸੁਰਤ, ਆਪਣਾ ਮਨ, ਆਪਣਾ ਚੇਤਾ ਉਸ ਰੱਬ ਦੇ ਗੁਣਾਂ ਨਾਲ ਜੋੜ ਕੇ ਰੱਖਣਾ। ਉਹਨੂੰ ਕਹਿੰਦੇ ਨੇ ਨਾਮ। ਦੂਸਰਾ ਸ਼ਬਦ ਹੈ ਦਾਨ। ਦਾਨ ਦਾ ਅਰਥ ਹੁੰਦਾ ਹੈ ਵੈਸੇ ਤਾਂ ਦੇਣਾ, ਪਰ ਇੱਥੇ ਦਾਨ ਦਾ ਅਰਥ ਹੈ ਰੱਬ ਦੀ ਖਲਕਤ ਵਾਲੇ ਪਾਸੇ ਧਿਆਨ ਕਰਨਾ। ਰੱਬ ਵਾਲੇ ਪਾਸੇ ਧਿਆਨ ਕਰਨਾ, ਰੱਬ ਦੀ ਖਲਕਤ ਵਾਲੇ ਪਾਸੇ ਧਿਆਨ ਕਰਨਾ। ਤੀਸਰਾ ਹੈ ਇਸ਼ਨਾਨ। ਇਸ਼ਨਾਨ ਦਾ ਅਰਥ ਹੈ ਆਪਣੇ ਆਪ ਵੱਲ ਧਿਆਨ ਕਰਨਾ। ਇਹ ਹੁਣ ਗੌਰ ਕਰਨਾ, ਰੱਬ ਵੱਲ ਧਿਆਨ ਕਰਨਾ, ਮਨੁੱਖਤਾ ਵੱਲ ਧਿਆਨ ਕਰਨਾ, ਆਪਣੇ ਆਪ ਵੱਲ ਧਿਆਨ ਕਰਨਾ। 3 ਚੀਜ਼ਾਂ ਨੇ, ਨਾਮ, ਦਾਨ, ਇਸ਼ਨਾਨ। ਆਪਣੇ ਅੰਦਰ ਝਾਤ ਮਾਰਨੀ, ਰੱਬ ਵੱਲ ਧਿਆਨ ਕਰਨਾ, ਮਨੁੱਖਤਾ ਵੱਲ ਧਿਆਨ। ਭਾਵ 3 ਚੀਜ਼ਾਂ ਨੂੰ ਬਰਾਬਰ ਰੱਖਣਾ ਹੈ। 3 ਇਹ ਕਿਉਂ ਹੈ ਭਲਾ?
ਕੁਝ ਲੋਕ ਐਸੇ ਸਨ ਜਿਨ੍ਹਾਂ ਨੇ ਰੱਬ ਵਾਲੇ ਪਾਸੇ ਧਿਆਨ ਕਰਨ ਦਾ ਯਤਨ ਕੀਤਾ। ਨੇਕ ਉਦਮ ਸੀ, ਚੰਗੀ ਗੱਲ ਸੀ, ਪਰ ਉਹ ਘਰ ਵੀ ਛੱਡ ਗਏ, ਲੋਕਾਂ ਨਾਲੋਂ ਵੀ ਸੰਬੰਧ ਤੋੜ ਗਏ, ਦੂਰ ਕਿਧਰੇ ਜਾ ਕੇ ਇਕਾਂਤ ਵਿੱਚ ਬਹਿ ਗਏ, ਸਾਰੀ ਜ਼ਿੰਦਗੀ ਉੱਥੇ ਹੀ ਗੁਜ਼ਾਰੀ। ਕਿਸੇ ਨੂੰ ਨਹੀਂ ਪਤਾ ਵੀ ਉਹ ਕਿੰਨਾ ਚਿਰ ਜੀਵੇ, ਕਿਉਂਕਿ ਵਾਪਸ ਉਹਨਾਂ ਨੂੰ ਕਦੇ ਵੇਖਿਆ ਹੀ ਨਹੀਂ ਗਿਆ। ਇੱਕ ਵਾਰ ਐਸਾ ਸਭ ਕੁਝ ਛੱਡਿਆ, ਵਾਪਸ ਆਏ ਹੀ ਨਹੀਂ। ਸੰਪਰਕ ਕਿਸੇ ਨਾਲ ਨਹੀਂ, ਸੰਬੰਧ ਕਿਸੇ ਨਾਲ ਨਹੀਂ, ਸਾਂਝ ਕਿਸੇ ਨਾਲ ਨਹੀਂ। ਉਹ ਐਸੇ ਗਏ, ਵਾਪਸ ਪਰਤ ਕੇ ਨਹੀਂ ਆਏ। ਤਿਆਗੀ, ਸੰਨਿਆਸ ਲੈ ਲਿਆ, ਉਦਾਸ ਹੋ ਗਏ, ਵਿਰਕਤ ਹੋ ਗਏ ਸਭ ਚੀਜ਼ ਤੋਂ। ਉਹਨਾਂ ਨੇ ਰੱਬ ਦੇ ਵੱਲ ਧਿਆਨ ਕਰਨ ਦੇ ਯਤਨ ਕੀਤੇ, ਪਰ ਇੱਕ ਪਾਸੇ ਵੱਲ ਧਿਆਨ ਕਰਦੇ ਕਰਦੇ ਉਹ ਆਪਣੇ ਆਪ ਦਾ ਵੀ, ਜੀਵਨ ਦਾ ਵੀ ਕੀਮਤੀ ਸਮਾਂ ਜਿਹੜਾ ਸੀ, ਬੜਾ ਬੇਸ਼ਕੀਮਤੀ ਜੀਵਨ ਜਿਹੜਾ ਸੀ, ਉਹ ਜੰਗਲਾਂ 'ਚ ਰੋਲ ਬੈਠੇ। ਤੇ ਖਲਕਤ ਵੱਲ ਤਾਂ ਉਹਨਾਂ ਪਹਿਲਾਂ ਹੀ ਪਿੱਠ ਕੀਤੀ ਹੋਈ ਸੀ, ਮਨੁੱਖਤਾ ਵੱਲ। ਉਹਨਾਂ ਦਾ ਖਿਆਲ ਸੀ ਵੀ ਰੱਬ ਭੁੱਲ ਜਾਏਗਾ ਜੇ ਇਹਨਾਂ ਲੋਕਾਂ ਦੇ ਵਿੱਚ ਆ ਕੇ ਦੁਬਾਰਾ ਬੈਠ ਗਏ ਤਾਂ। ਇੱਥੇ ਤੇ ਜੰਜਾਲ ਹੀ ਬੜੇ ਤਕੜੇ ਨੇ। ਇਹ ਸਨ ਇੱਕ ਕਿਸਮ ਦੇ ਲੋਕ। ਦੂਜੇ ਕਿਸਮ ਦੇ ਲੋਕ ਉਹ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਹੀ ਸਵਾਰਨ ਦੇ ਕੋਸ਼ਿਸ਼ ਵਿੱਚ ਯਤਨ ਰੰਭੇ ਵੀ ਆਪਣਾ। ਅਸੀਂ ਵੀ ਕਈ ਵਾਰ ਕਹਿ ਦਿੰਦੇ, ਠੀਕ ਹੈ ਵੈਸੇ ਵੀ ਬੰਦੇ ਨੂੰ ਆਪਣਾ ਆਪ ਸਵਾਰਨਾ ਚਾਹੀਦਾ। ਆਪਾਂ ਕਹਿੰਦੇ ਆ ਨਾ, ਆਪਣਾ ਆਪ ਸਵਾਰੋ, ਕਿਸੇ ਤੋਂ ਕੀ ਲੈਣਾ। ਨਹੀਂ, ਅਸੀਂ ਕੋਈ ਜੰਗਲਾਂ 'ਚ ਰਹਿਣ ਵਾਲੇ ਜੀਵ ਨਹੀਂ, ਅਸੀਂ ਸਮਾਜ ਪਰਿਵਾਰ ਵਿੱਚ ਰਹਿਣ ਵਾਲੇ ਲੋਕ ਆ। ਨਾਲ ਨਾਲ ਆਪਾਂ ਵੀ ਸਵਾਰਦੇ ਜਾਣਾ, ਨਾਲ ਨਾਲ ਲੋਕਾਂ ਦਾ ਵੀ ਧਿਆਨ ਕਰਨਾ, ਲੋਕਾਂ ਦਾ ਵੀ ਭਲਾ ਕਰਨਾ। ਬਾਣੀ ਦਾ ਬੋਲ ਪੜੋ ਤਾਂ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਅੱਗੇ ਕੀ ਹੈ ਜੀ? ਜੋ ਆਪ ਜਪੈ ਅਵਰਾ ਨਾਮ ਜਪਾਵੈ। ਮੇਰੀ ਚੰਗਿਆਈ ਕੀ ਕਰੇਗੀ ਜੇ ਆਲੇ ਦੁਆਲੇ ਵਾਲੇ ਲੋਕ ਮੈਨੂੰ ਟਿਕਣ ਨਹੀਂ ਦੇਣਗੇ? ਇਹ ਵੀ ਤੇ ਜ਼ਰੂਰੀ ਹੈ ਨਾ। ਪੌਦਾ ਤਦੋਂ ਪ੍ਰਫੁੱਲਤ ਹੁੰਦਾ ਹੈ ਜਦੋਂ ਉਹਨੂੰ ਚੰਗਾ ਵਾਤਾਵਰਣ ਮਿਲਦਾ ਹੈ। ਜਿੱਥੇ ਅਸੀਂ ਆਪਣੇ ਅੰਦਰ ਧਰਮ ਪ੍ਰਫੁੱਲਤ ਕਰਨਾ ਹੈ ਨਾ, ਆਲੇ ਦੁਆਲੇ ਚੰਗਾ ਵਾਤਾਵਰਣ ਵੀ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਹੋਰਨਾਂ ਲੋਕਾਂ ਦੇ ਜੀਵਨ ਵੀ ਸਵਰ ਜਾਣ। ਜਿਨ੍ਹਾਂ ਨੂੰ ਆਪ ਨੂੰ ਸੱਚ ਪਤਾ ਲੱਗ ਗਿਆ, ਉਹ ਕੋਸ਼ਿਸ਼ ਕਰਨ ਵੀ ਦੂਜਿਆਂ ਨੂੰ ਵੀ ਇਹ ਦਾਨ ਦੇਣ, ਦੂਜਿਆਂ ਨਾਲ ਵੀ ਇਹ ਗੱਲ ਵੰਡ ਕੇ ਛਕਣ, ਸਾਂਝੀ ਕਰਨ, ਤਾਂ ਕਿ ਹੋਰਨਾਂ ਦਾ ਭਲਾ ਵੀ ਹੋਵੇ। ਹੁਣ ਮੈਂ ਕਈ ਵਾਰ ਸੋਚਦਾ, ਗੁਰੂ ਨਾਨਕ ਮਹਾਰਾਜ ਤੇ ਬੜੀ ਉੱਚੀ ਹਸਤੀ ਨੇ, ਫਿਰ ਉਹਨਾਂ ਨੂੰ ਕੀ ਲੋੜ ਸੀ? ਉਹ ਵੀ ਸੋਚ ਲੈਂਦੇ ਆਪਣਾ ਆਪ ਸਵਾਰੋ, ਦੂਜਿਆਂ ਦਾ ਕੀ ਹੈ, ਛੱਡੋ ਪਰੇ। ਪਰ ਨਹੀਂ, ਗੁਰੂ ਨਾਨਕ ਸਾਹਿਬ ਨੇ ਆਪਣਾ ਸਾਰਾ ਜੀਵਨ ਸਾਡੇ ਲਈ ਖਰਚ ਕੀਤਾ, ਕਸ਼ਟ ਉਠਾਏ, ਸਟਰਗਲ ਕੀਤਾ, ਸੰਘਰਸ਼ ਕੀਤਾ, ਦੁੱਖ ਸਹਿਣ ਕੀਤੇ। ਪਰ ਅੱਜ ਦਾ ਸਿੱਖ ਇਹ ਗੱਲ ਕਦੋਂ ਚੇਤੇ ਰੱਖਦਾ ਹੈ? ਅੱਜ ਅਸੀਂ ਆਪਣੇ ਸਵਾਰਥ ਲਈ ਇਹ ਗੱਲ ਕਹਿੰਦੇ, ਛੱਡੋ ਜੀ ਆਪਣਾ ਆਪ ਸਵਾਰ ਲਈਏ, ਇੰਨਾ ਹੀ ਬੜਾ। ਠੀਕ ਹੈ, ਮਨੁੱਖ ਨੇ ਆਪਣਾ ਆਪ ਸਵਾਰਨਾ, ਪਰ ਨਾਲ ਨਾਲ ਦੂਜੇ ਪਾਸੇ ਵੱਲ ਵੀ ਉਸਨੇ ਧਿਆਨ ਰੱਖਣਾ, ਰੱਬ ਦੀ ਖਲਕਤ ਵੱਲ। ਤੋਂ ਇਹ ਹੈ, ਜਿਹੜੇ ਆਪਣੇ ਆਪ 'ਚ ਹੀ ਰੁੱਝ ਗਏ ਨਾ, ਉਹਨਾਂ ਸਮਾਧੀਆਂ ਲਾਈਆਂ, ਅੱਖਾਂ ਬੰਦ ਕੀਤੀਆਂ, ਕੰਨ ਮੂੰਦ ਲੈ, ਨਾ ਕਿਸੇ ਦੀ ਆਵਾਜ਼ ਕੰਨਾਂ 'ਚ ਪਵੇ, ਨਾ ਅੱਖਾਂ ਖੋਲ ਕੇ ਕਿਸੇ ਵੱਲ ਵੇਖਣਾ ਪਵੇ, ਨਾ ਕਿਸੇ ਨਾਲ ਗੱਲ ਕਰਨੀ ਹੈ, ਮੌਨ ਧਾਰਨ ਕਰ ਲਿਆ, ਸਮਾਧੀ ਲਾਈ, ਪੱਥਰ ਵਾਂਗ ਇੱਕੇ ਜਗ੍ਹਾ ਤੇ ਜੰਮ ਕੇ ਬੈਠ ਗਏ। ਉਹਨਾਂ ਨੇ ਆਪਣੇ ਆਪ ਨੂੰ ਹੀ ਸਵਾਰਨ ਉੱਤੇ ਸਾਰਾ ਜੀਵਨ ਖਰਚ ਕਰ ਦਿੱਤਾ। ਉਹਨਾਂ ਦੀ ਸਵਰੀ ਹੋਈ ਜ਼ਿੰਦਗੀ, ਉਹਦਾ ਕੋਈ ਲਾਭ ਕਿਸੇ ਨੂੰ ਕੋਈ ਪ੍ਰਾਪਤ ਨਹੀਂ ਹੋਇਆ। ਦੁਨੀਆ ਤਰਸਦੀ ਰਹੀ ਕਿ ਬੰਦਾ ਰੱਬ ਰੱਬ ਜਪਦਾ ਹੈ, ਕਿਤੇ ਮਿੱਠਾ ਬੋਲ, ਕੋਈ ਚੰਗੀ ਗੱਲ ਸਾਡੇ ਕੰਨਾਂ 'ਚ ਪਾਏਗਾ, ਸਾਡਾ ਭਲਾ ਹੋਏਗਾ, ਪਰ ਉਹ ਬੋਲਿਆ ਹੀ ਨਹੀਂ। ਦੁਨੀਆ ਤਰਸਦੀ ਰਹੀ ਕਿਤੇ ਸਾਡੇ 'ਚ ਆ ਕੇ ਬੈਠੇਗਾ, ਅਸੀਂ ਇਹਦਾ ਲਾਭ ਲੈ ਸਕਾਂਗੇ, ਪਰ ਉਹ ਪੱਥਰ ਵਾਂਗ ਇੱਕ ਜਗ੍ਹਾ ਦੇ ਉੱਤੇ ਜੰਮ ਕੇ ਬੈਠਾ ਰਿਹਾ। ਖਿਮਾ ਕਰ ਦੇਣਾ ਗੁਰੂ ਕੇ ਪਿਆਰ ਵਾਲਿਓ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਵਿਚਾਰ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ, ਬੜੇ ਭਰਮ ਸਾਡੇ ਚੂਰ ਚੂਰ ਹੋ ਜਾਣਗੇ। ਜਿਹੜੇ ਸੱਜਣ ਇਹ ਕਹਿੰਦੇ ਨੇ ਨਾ, ਸਾਡੇ ਬਾਬਾ ਜੀ ਨੇ 12 ਸਾਲ 16 ਸਾਲ ਭੋਰੇ ਵਿੱਚ ਬੈਠ ਕੇ ਤਪ ਕੀਤਾ ਔਰ ਉਹਨਾਂ ਨੇ ਬੜੀ ਕਮਾਈ ਕੀਤੀ, ਫਿਰ ਉਹਨਾਂ ਨੇ ਆਪਣੇ ਸਵਾਸ ਚੜਾ ਲਏ ਤੇ ਇਸ ਮਾਤ ਲੋਕ ਤੋਂ ਚਲੇ ਗਏ। ਮੈਂ ਕਹਿੰਦਾ, ਤੁਸੀਂ ਕੀ ਭਾਲਦੇ ਹੋ? ਕੀ ਲੱਭਦੇ ਹੋ ਤੁਸੀਂ? ਤੁਹਾਨੂੰ ਕੀ ਦਿੱਤਾ ਹੈ? ਜੇ ਕੁਝ ਕੀਤਾ ਵੀ ਹੈ, ਵੈਸੇ ਤਾਂ ਐਸੇ ਕਰਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਕੋਈ ਮਾਨਤਾ ਨਹੀਂ ਦਿੰਦੀ, ਪਰ ਜੇ ਕਿਸੇ ਕੀਤਾ ਵੀ ਇਹ ਮੰਨ ਲਵੋ ਇੱਕ ਪਲ ਵਾਸਤੇ, ਤਾਂ ਇਹਦੇ ਚੋਂ ਆਪਣੇ ਆਪ ਲਈ ਕੀਤਾ, ਤੁਹਾਡੇ ਲਈ ਤਾਂ ਕੀਤਾ ਹੀ ਕੱਖ ਨਹੀਂ। ਜੇ ਕੋਈ ਚੰਗੀ ਖੋਜ ਹੱਥ ਲੱਗ ਗਈ ਸੀ ਆਤਮਕ, ਤਾਂ ਸਾਂਝੀ ਕਰਨੀ ਚਾਹੀਦੀ ਸੀ ਸਾਡੇ ਨਾਲ, ਤੁਹਾਡੇ ਨਾਲ। ਪਰ ਇੱਥੇ ਤੇ ਸੁਰਤੀ ਸੋਚ ਹੀ ਵੱਖਰੀ ਏ। ਅਗਲੇ ਕਹਿ ਦਿੰਦੇ ਜੀ ਸਾਨੂੰ ਤਾਂ ਨਾ ਬਾਬਾ ਜੀ ਨੇ ਨਾਮ ਦਿੱਤਾ ਵੀ ਦੂਜੇ ਨੂੰ ਨਾ ਦੱਸੋ, ਇਹਦਾ ਅਸਰ ਘਟ ਜਾਏਗਾ। ਲਓ, ਜਿਹੜੇ ਨਾਮ ਦਾ ਅਸਰ ਘਟ ਜਾਂਦਾ ਹੈ ਉਹ ਨਾਮ ਹੋਇਆ।
ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਨਾਮ ਤੇ ਸਾਰੇ ਸੰਸਾਰ ਨੂੰ ਤਾਰ ਦੇਣ ਦੀ ਤਾਕਤ ਰੱਖਦਾ ਹੈ। ਮੈਂ ਇਹ ਆਸ ਇਹੋ ਆਧਾਰ। ਹੁਣ ਗੁਰਬਾਣੀ ਸੱਚੀ ਹੈ ਕਿ ਸਾਡੀਆਂ ਆਹ ਜਿਹੜੀਆਂ ਭਰਮ ਰੂਪ ਗੱਲਾਂ ਨੇ ਇਹ ਸੱਚੀਆਂ ਨੇ। ਕਹਿੰਦੇ ਨਾਮ ਮਿਲ ਗਏ ਕੰਨਾਂ ਵਿੱਚ, ਉਹਨਾਂ ਨੇ ਨਾਮ ਦੇਣ ਵਾਲਿਆਂ ਨੇ ਕਿਹਾ ਗਾਂ ਕਿਸੇ ਨੂੰ ਨਾ ਦੱਸਿਓ। ਸਾਰਿਆਂ ਨੂੰ ਹੀ ਵੰਡ ਰਹੇ ਨੇ, ਦੱਸ ਰਹੇ ਨੇ, ਆਪ ਦੱਸ ਰਹੇ ਨੇ ਤੇ ਅਗਲੇ ਨੂੰ ਕਹਿੰਦੇ ਨੇ ਤੁਸੀਂ ਨਾ ਗਾਂ ਦੱਸਿਓ। ਵੀ ਪਹਿਲਾਂ ਤਾਂ ਤੁਸੀਂ ਨਿਯਮ ਭੰਗ ਕਰ ਲਿਆ, ਵੀ ਤੁਸੀਂ ਕਿਉਂ ਦੱਸ ਰਹੇ ਹੋ। ਫਿਰ ਜਿਹਨੂੰ ਮਿਲ ਗਿਆ ਉਹਦੇ ਕੰਨਾਂ 'ਚ ਨਾਲ ਇਹ ਵੀ ਗੱਲ ਪਾ ਦੀ ਵੀ ਤੁਸੀਂ ਅੱਗੇ ਨਾ ਦੱਸਿਓ। ਹੁਣ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਇਹ ਗੱਲ ਕਹਿੰਦੀ ਆਪ ਜਪੈ ਅਵਰਾ ਨਾਮ ਜਪਾਵੈ, ਸੁਨਤ ਕਹਿਤ ਰਹਿਤ ਗਤ ਪਾਵੈ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਤਾਂ ਕੁਝ ਹੋਰ ਕਹਿੰਦੇ ਨੇ ਤੇ ਸਾਡੇ ਬਣੇ ਬਣਾਏ ਬਾਬੇ ਕੁਝ ਹੋਰ ਕਹਿੰਦੇ ਨੇ। ਹੁਣ ਕਿਹਦੀ ਮੰਨੀਏ? ਤੁਸੀਂ ਸੋਚੋ। ਵੀ ਗੁਰੂ ਅਰਜਨ ਸਾਹਿਬ ਦਾ ਸਤਿਕਾਰ ਕਰੀਏ, ਉਹਨਾਂ ਦੇ ਬਚਨਾਂ ਨੂੰ ਸੱਚ ਮੰਨੀਏ ਕਿ ਜੋ ਅਸੀਂ ਇਹ ਬਣਾ ਬੈਠੇ ਹਾਂ ਭਰਮ ਇਹ ਸੱਚ ਮੰਨੀਏ। ਜੇ ਤਾਂ ਹਾਂ ਗੁਰੂ ਦੇ ਸਿੱਖ, ਫਿਰ ਤਾਂ ਗੁਰੂ ਦਾ ਬਚਨ ਹੀ ਸੱਚ ਮੰਨਣਾ ਪਏਗਾ। ਤੇ ਜੇ ਹਾਂ ਭਰਮਾਂ ਤੇ ਭੁਲੇਖਿਆਂ ਦੇ ਵਸ ਪਏ ਕਿ ਅਸੀਂ ਜਣੇ ਖਣੇ ਨੂੰ ਹੀ ਆਪਣਾ ਮਾਰਗ ਦਰਸ਼ਨ ਬਣਾ ਬੈਠਣਾ ਹੈ, ਤਾਂ ਫਿਰ ਇਹਨਾਂ ਦੀ ਸੱਚ ਤਾਂ ਅਸੀਂ ਮੰਨ ਹੀ ਰਹੇ ਹਾਂ। ਇਹ ਸਾਡੀ ਅਵਸਥਾ ਹੈ। ਤੋ ਆਪਣੇ ਆਪ ਵੱਲ ਧਿਆਨ ਕਰਨਾ ਚੰਗੀ ਗੱਲ ਹੈ, ਪਰ ਆਪਣੇ 'ਚ ਹੀ ਗਵਾਚ ਜਾਣਾ ਇਹ ਸਵਾਰਥ ਹੈ। ਜਿਹੜਾ ਆਪਣੇ ਤੋਂ ਉੱਪਰ ਹੀ ਨਾ ਉੱਠੇ ਉਹ ਸਵਾਰਥੀ ਹੈ, ਉਹਨੂੰ ਸਵਾਰਥੀ ਕਹਿੰਦੇ ਨੇ। ਜਿਹੜਾ ਆਪਣਾ ਆਪ ਸਵਾਰਦਿਆਂ ਹੋਇਆਂ ਨਾਲ ਦੂਜਿਆਂ ਦਾ ਵੀ ਚੇਤਾ ਕਰਦਾ, ਧਿਆਨ ਰੱਖਦਾ ਹੈ, ਉਹਨੂੰ ਪਰਉਪਕਾਰੀ ਕਹਿੰਦੇ ਨੇ। ਇਹ ਫਰਕ ਸਮਝੀਏ ਅਸੀਂ। ਤੋ ਦੂਸਰਾ ਇਨਸਾਨ ਉਹ ਸੀ ਜਿਹੜਾ ਆਪਣੇ 'ਚ ਹੀ ਗਵਾਚ ਗਿਆ। ਮੋਨੀ ਹੋਏ ਬੈਠਾ ਇਕਾਂਤੀ, ਮੌਨ ਧਾਰਨ ਕਰ ਲਿਆ, ਕੱਲਾ ਜਾ ਕੇ ਬਹਿ ਗਿਆ, ਪੱਥਰਾਂ ਵਾਂਗ ਸਮਾਧੀ ਲਾ ਲਈ, ਨਾ ਵੇਖਿਆ ਨਾ ਬੋਲਿਆ ਨਾ ਸੁਣਿਆ, ਬਸ ਇੱਕ ਜਗ੍ਹਾ ਤੇ ਵਿਰਾਜਿਆ ਹੋਇਆ। ਉਹਦਾ ਕਿਸੇ ਨੂੰ ਕੋਈ ਲਾਭ ਨਹੀਂ। ਐਸੇ ਬੰਦੇ ਦਾ ਉਹ ਪੱਥਰ ਪਿਆ ਤੇ ਬੰਦਾ ਪਿਆ ਹੀ ਕੋਈ ਗੱਲ ਹੈ। ਜਿਹੜਾ ਕਿਸੇ ਦੇ ਦੁੱਖ ਵਿੱਚ ਸ਼ਰੀਕ ਨਹੀਂ ਹੁੰਦਾ, ਜਿਹੜਾ ਕਿਸੇ ਦੀ ਖੁਸ਼ੀ ਵਿੱਚ ਖੁਸ਼ ਨਹੀਂ ਹੁੰਦਾ, ਜਿਹੜਾ ਕਿਸੇ ਦੀ ਮਦਦ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਆਪਣੇ ਹੀ ਸਵਾਰਥ ਬਾਰੇ ਹਰ ਵੇਲੇ ਲੱਗਾ ਹੋਇਆ, ਉਹ ਆਦਮੀ ਸਾਡੇ ਵਾਸਤੇ ਹੋਇਆ ਤੇ ਨਾ ਹੋਇਆ ਇੱਕੋ ਜਿਹੀ ਦਾ ਫਾਇਦਾ ਹੀ ਸਾਨੂੰ ਕੋਈ ਨਹੀਂ। ਉਹ ਸਾਡੇ ਵਾਸਤੇ ਹੋਇਆ ਜਾਂ ਨਾ ਹੋਇਆ ਉਹਦਾ ਕੋਈ ਲਾਭ ਨਹੀਂ। ਤੀਸਰੇ ਉਹ ਸਨ ਜਿਨ੍ਹਾਂ ਨੇ ਆਖਿਆ ਵੀ ਸੰਸਾਰ ਦਾ ਭਲਾ ਕਰੋ, ਸੰਸਾਰ ਦਾ ਕੁਝ ਸੋਚੋ, ਪਰ ਆਪ ਵਿਚਾਰੇ ਊਣੇ ਹੀ ਰਹਿ ਗਏ। ਆਪਣਾ ਧਿਆਨ ਹੀ ਨਾ ਕੀਤਾ ਵੀ ਅਸੀਂ ਵੀ ਆਪਣੀਆਂ ਕਮੀਆਂ ਨਾਲ। ਉਹਨਾਂ ਨੂੰ ਇਹ ਗੱਲ ਤਾਂ ਖਟਕਦੀ ਏ ਫਲਾਣੇ 'ਚ ਕਮੀ, ਫਲਾਣੇ 'ਚ ਕਮੀ, ਫਲਾਣਾ ਊਣਾ ਹੈ, ਫਲਾਣੇ 'ਚ ਗਲਤੀ, ਇਹਦਾ ਭਲਾ ਹੋਣਾ ਚਾਹੀਦਾ। ਉਹ ਦੂਜਿਆਂ ਨੂੰ ਸਲਾਹਾਂ ਦਿੰਦੇ ਰਹੇ ਸਾਰੀ ਉਮਰ, ਆਪਣੇ ਆਪ ਵੱਲੋਂ ਖਾਲੀ ਰਹਿ ਗਏ। ਇਹ ਤਿੰਨ ਕਿਸਮ ਦੇ ਲੋਕ। ਹੁਣ ਗੁਰੂ ਨੇ ਆਖਿਆ ਵੀ ਤਿੰਨੇ ਕੰਮ ਇੱਕੋ ਜਿਹੇ ਹੋਣੇ ਚਾਹੀਦੇ ਨੇ। ਰੱਬ ਵਾਲੇ ਪਾਸੇ ਵੀ ਧਿਆਨ ਹੋਵੇ, ਆਪਣੇ ਆਪ ਵਾਲੇ ਪਾਸੇ ਵੀ ਧਿਆਨ ਹੋਵੇ, ਤੇ ਰੱਬ ਦੀ ਮਨੁੱਖਤਾ ਵਾਲੇ ਪਾਸੇ ਵੀ ਧਿਆਨ। ਤਿੰਨਾਂ ਦਾ ਬੈਲੈਂਸ ਬਣ ਜਾਏ, ਤਿੰਨਾਂ ਦੇ ਵਿੱਚ ਇੱਕੋ ਜਿਹੀ ਸਾਂਝ, ਇੱਕੋ ਜਿਹਾ ਤਾਲਮੇਲ ਬਣ ਜਾਏ, ਉਹਨੂੰ ਕਹਿੰਦੇ ਨੇ ਧਰਮੀ ਜੀਵਨ, ਉਚੇਰਾ ਸਚਿਆਰਾ ਜੀਵਨ। ਸਚਿਆਰਾ ਪੁਰਖ ਰੱਬ ਵਾਲੇ ਪਾਸੇ ਸੁਰਤ ਰੱਖਦਾ ਹੈ, ਚੇਤੇ ਵਿੱਚ ਰੱਬ ਦੀ ਹੋਂਦ ਦਾ ਅਹਿਸਾਸ ਰੱਖਦਾ ਹੈ, ਉਹਦੇ ਗੁਣ ਚੇਤੇ ਵਿੱਚ ਰੱਖਦਾ ਹੈ, ਆਪਣੇ ਆਪ ਨੂੰ ਸਵਾਰਦਾ ਹੈ, ਔਰ ਆਪਣੇ ਆਪ ਨੂੰ ਸਵਾਰਦਿਆਂ ਸਵਾਰਦਿਆਂ ਨਾਲ ਨਾਲ ਮਨੁੱਖਤਾ ਦੀ ਸੇਵਾ ਵੀ ਕਰਦਾ ਹੈ, ਪਰਉਪਕਾਰ ਵੀ ਕਰਦਾ ਹੈ। ਇੱਕ ਬੰਦਾ ਲਾਗੇ ਭੁੱਖਾ ਬੈਠਾ ਹੈ, ਇੱਕ ਆਦਮੀ ਲਾਗੇ ਪ੍ਰਸ਼ਾਦਾ ਛਕ ਰਿਹਾ ਹੈ, ਤੇ ਜੇ ਉਹ ਆਪਣਾ ਅੱਧਾ ਪ੍ਰਸ਼ਾਦਾ ਵੰਡ ਕੇ ਦੂਸਰੇ ਨੂੰ ਦੇ ਦੇਵੇ ਤਾਂ ਉਹਦੀ ਵੀ ਭੁੱਖ ਦੂਰ ਹੋ ਜਾਂਦੀ। ਉਹਨੂੰ ਕਹਿੰਦੇ ਨੇ ਪਰਉਪਕਾਰੀ। ਜਿਹੜਾ ਆਪ ਹੀ ਸਾਰਾ ਖਾ ਜਾਏ ਤੇ ਦੂਜਾ ਲਾਗੇ ਭੁੱਖਾ ਮਰ ਜਾਏ, ਉਹਨੂੰ ਕਹਿੰਦੇ ਨੇ ਸਵਾਰਥੀ। ਇਹ ਫਰਕ ਸਮਝੀਏ ਅਸੀਂ। ਭੂਰਿਆਂ 'ਚ ਬਹਿਣ ਵਾਲੇ ਸਵਾਰਥੀ ਸਨ, ਜਗਤ ਦੇ ਪੇੜ ਵਿੱਚ ਆ ਕੇ ਮਨੁੱਖਤਾ ਦੇ ਸੱਥ ਵਿੱਚ ਖਲੋ ਕੇ ਸੱਚੇ ਨਾਮ ਦਾ ਢੰਡੋਰਾ ਦੇਣ ਵਾਲੇ ਪਰਉਪਕਾਰੀ ਸਨ। ਜਿੰਨਾ ਚਿਰ ਸਾਨੂੰ ਇਹ ਫਰਕ ਨਹੀਂ ਨਾ ਸਮਝ ਆ ਜਾਂਦਾ, ਸਾਡੇ ਅੰਦਰੋਂ ਸਵਾਰਥ ਕਦੇ ਜਾ ਹੀ ਨਹੀਂ ਸਕਦਾ। ਅਸੀਂ ਰੱਬ ਰੱਬ ਕੂਕਦਿਆਂ ਵੀ ਸਵਾਰਥੀ ਬਣੇ ਰਵਾਂਗੇ। ਨਾਮ ਉਹ ਹੈ ਜਿਹੜਾ ਸਾਰੇ ਜਗਤ ਦਾ ਭਲਾ ਕਰਨ ਦੀ ਸਮਰੱਥਾ ਰੱਖਦਾ ਹੈ। ਨਾਮ, ਦਾਨ, ਇਸ਼ਨਾਨ, ਇਹ ਤਿੰਨ ਸ਼ਬਦ ਹਮੇਸ਼ਾ ਅਸੀਂ ਜੋ ਬਾਣੀ ਵਿੱਚ ਮਹਾਰਾਜ ਨੇ ਇਕੱਠੇ ਲਿਖੇ ਨੇ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਵੀ ਗੁਰੂ ਨੇ ਆਹ ਤਿੰਨ ਚੀਜ਼ਾਂ ਮੈਨੂੰ ਦ੍ਰਿੜ ਕਰਵਾਈਆਂ ਨੇ, ਔਰ ਇਹ ਤਿੰਨਾਂ ਚੀਜ਼ਾਂ ਦਾ ਭਾਵ ਅਸੀਂ ਸਮਝਣਾ ਤੇ ਇਹਨਾਂ ਨੂੰ ਆਪਣੇ ਮਨ ਅੰਦਰ ਟਿਕਾ ਲੈਣਾ। ਗੁਰੂ ਨਾਨਕ ਮਹਾਰਾਜ ਆਖਦੇ ਨੇ, ਵਾਹਿਗੁਰੂ ਮੈਂ ਤੈਨੂੰ ਐਵੇਂ ਮਹਿਸੂਸ ਕਰਦਾ ਤੇ ਮੇਰਾ ਮਨ ਕਰਦਾ ਮੈਂ ਤੇਰੀ ਸੇਵਾ ਕਰਾਂ, ਤੇ ਜਦੋਂ ਮੈਂ ਵੇਖਦਾ ਵੀ ਤੂੰ ਤਾਂ ਸਾਰੀ ਕੁਦਰਤ ਵਿੱਚ ਹੈ, ਸਾਰੇ ਜੀਵਾਂ ਵਿੱਚ ਹੈ, ਫਿਰ ਮੇਰੇ ਮਨ ਨੂੰ ਚਾਹ ਚੜ੍ਹਦਾ ਹੈ, ਉਤਸ਼ਾਹ ਹੁੰਦਾ ਹੈ, ਤੇ ਮੈਂ ਆਪਣੀਆਂ ਸਾਰੀਆਂ ਖੁਸ਼ੀਆਂ
तेरी सेवा तो लुटाउण वास्ते तैयार हो जाना। ते तेरी सेवा की है, तेरी मनुखता दी सेवा, तेरी खलकत दी सेवा। ये सारे संसार विचों जदों मैं तेनू महसूस करदा तां मेरा मन हैरानी ते प्यार नाल उछाले मारन लग जांदा है। उस वेले मैं अपना आप भी इस मनुखता तो लुटा देण वास्ते, कुर्बान कर देण वास्ते, इहदी सेवा च समर्पित कर देण वास्ते तैयार बर तैयार हो जांदा हां। ये भावना है अंदर वाहिगुरू दी होंद नूं मनुखता चों, सर्ब संसार चों महसूस करन दी, ताइयों ही बुरे दा भी भला कीता जांदा, नहीं ते हुंदा नहीं। बुरियां दा भी भला करन दी जिहड़ी भावना है ना, उहदे पिछे इह कारज कम करदा है। गुरु ग्रंथ साहिब जी दी बाणी दी इह भावना कम करदी है भी वह वाहिगुरू सारे किस्म के रूप रंग बनावटां सारे संसार विच जोत रूप हो के आप समाया, ये सारा पसारा उसे दा रूप है। ये गल है, ताइयों भला हो रहा है ना इन्नी वड्डी पद्धर उत्ते, ताइयों अपना आप कुर्बान हो रहा है मनुखता वास्ते। बुरियां दा भी ताइयों भला कीता जा रहा है। सज्जण वर्गे लोग, भूमीए चोर वर्गे लोग, कैसे कैसे किरदार दे बंदे जिन्हां गुरु साहब प्यार दी गलवकड़ी च लैके सवार दिंदे ने, उच्चियां कर दिंदे ने, उन्हां दीयां कमियां ते औगण धो सुटदे ने, उन्हां दे मनां नूं निर्मल कर दिंदे ने, उन्हां दे किरदार नूं मान दे दिंदे ने। सतगुरु सच्चे पातशाह ऐसा क्यों करदे ने भला? क्योंकि उन्हां दा रब तां सबना विच है, सारियां विच। चंगे बंदे कोल तां हर कोई ढुक के नेड़े बहिंदा है, पर जिथे किसी इंसान के अंदर कमी होवे ना, उस कमी नूं दूर करन वास्ते संघर्ष विरले लोग करते। कमी नूं भंड देना बड़ा सौखा हुंदा है, कमी नूं कढ लेना बड़ा औखा है। उहदे वास्ते संघर्ष करना पैंदा है। लोग तुहाडे ते भी उंगलां चुकदे ने, तुहानूं भी कई बार बुरे दे लागे खलो के बुरे अखवाउणा पैंदा है जो तुसीं हुंदे नहीं। ये बड़ी वड्डी गल है। सतगुरु गुरु नानक महाराज नूं भी कईयां किहा होएगा, वेखो चोरां नाल ठगां नाल इन्हां दा की काम, इन्ना नेक बंदा इसे लोकां कोल की करदा है। पर गुरु नानक महाराज किहदे किहदे मूँह ते हथ रखण भी लोगो तुसीं सोचो ते फिर बोलो। लोकां दा कर्म है, सोचण ते सोचण, ना सोचण ते अगले बोलणगे ते सही ना। पर गुरु नानक महाराज सच्चे पातशाह दा परोपकार वेखो। सतगुरु महाराज ने अपने आप नूं कई कुछ अखवा लिया होएगा, ऐसे लोकां ने मूँह फट लोकां ने कहण वल्लों किहड़ी कसर रहण दित्ती होनी है। पर सतगुरु की कोशिश ते यतन यह रहा कि इन्हां लोकां दे औगण अंदरों धो सुटीए, इन्हां दे जीवन नूं उचेरा बनाउण दा मदद करिए, कोई यतन करिए। परोपकार है ये जो सतगुरु गुरु नानक महाराज मनुखता उत्ते करते हैं, जो नेक लोग संसार उत्ते करते हैं। सतगुरु महाराज आखदे हन, एको भवर भवै तेहुं लोय। भवर का अर्थ है आत्म रूप चेतना। वो परमात्मा सारे भवनां विच इको आप ही आप अपनी होंद नूं टिकाई बैठा है। सबना विच ओहदी चेतना ही काम करदी, ओहदा करंट ही काम करदा है, ओहदी सपिट ही काम करदी है, जिस करके सारा संसार चल रहा है, विकास कर रहा है, तुर रहा है, हिल जुल विच है। सतगुरु जी आखदे ने, एको बूझै सूझै पत होय। अपनी आत्मक इज्जत ते पत वो बचाउंदा है, वो कायम रखदा है जिहड़ा एक नूं बुझ लैंदा है भी एक ही सबना विच है। एको बूझै, दूजा है सूझै, जिन्हों सोझी आ जाती है। जिहड़ा बुझ लैंदा है, जिन्हों सोझी आ जाती है भी वो एक वाहिगुरू ही सारे संसार दे विच है, वो आत्मक पत वाला है, वो आत्मक इज्जत वाला है। भाव वो श्रोमणी मनुख है सबना विचों। गुरु नानक महाराज आखदे ने, जिसने एक नूं बुझ लिया, एक दी सोझी पा लई। भाव उन्होंने सारियां विच वसदा जिसने महसूस कीता है। ज्ञान ध्यान ले समसर रहै, गुरमुख एक विरला को लहै। सतगुरु आखदे ने, जिसने गुरु दे कोलों उस अकाल पुरख दी सोझी पा लई, ज्ञान, ज्ञान का अर्थ है सोझी आ जानी। एक ज्ञान हुंदा है जिहड़ा सानू दिमागी तौर उत्ते प्राप्त हुंदा है। दिमागी तौर उत्ते असीं बड़े चेताना, हाज़र जवाब हाँ, शब्दां दे जाल बुणदे हां, दलीलबाज़ हाँ, तर्क वितर्क कर सकदे हां, बड़ा कुछ। यह है दिमागी खाना भर लिया भी बंदा चुस्त चलाक हो गया संसार अंदर।
ਇੱਕ ਗਿਆਨ ਦਾ ਅਰਥ ਹੈ ਮਹਿਸੂਸ ਹੋਣਾ, ਅਨੁਭਵ ਜਿਹਨੂੰ ਕਹਿੰਦੇ ਨੇ। ਗਿਆਨ ਦਾ ਅਰਥ ਹੈ ਵਿਵੇਕ ਬੁੱਧ ਆ ਜਾਣੀ, ਨਿਰਖ ਪਰਖ ਹੋ ਜਾਣੀ। ਗੁਰੂ ਮਹਾਰਾਜ ਆਖਦੇ ਨੇ ਜਿਸ ਨੂੰ ਗੁਰੂ ਦੇ ਦੁਆਰਾ ਸੋਝੀ ਹੋ ਗਈ। ਤੇ ਦੂਜੀ ਗੱਲ ਆਖੀ ਹੈ ਧਿਆਨ। ਧਿਆਨ ਦਾ ਅਰਥ ਹੈ ਜਿਸ ਦੀ ਸੁਰਤ ਸੱਚ ਵਿੱਚ ਟਿਕ ਗਈ, ਜਿਸ ਦੀ ਸੁਰਤ ਦਾ ਟਿਕਾਓ ਬਣ ਗਿਆ, ਉਹ ਧਿਆਨੀ ਹੈ। ਧਿਆਨ ਦਾ ਮਤਲਬ ਇਹ ਨਹੀਂ, ਕਈ ਸੱਜਣ ਆਖਣਗੇ ਆਪਣੀਆਂ ਅੱਖਾਂ ਇਸ ਚੀਜ਼ ਤੇ ਲਾ ਰੱਖੋ, ਇਹਨੂੰ ਵੇਖਦੇ ਰਹੋ, ਤੁਹਾਡਾ ਧਿਆਨ ਟਿਕ ਜਾਏਗਾ। ਨਹੀਂ, ਜਦੋਂ ਖਿਆਲ ਹੀ ਅੰਦਰ ਦੇ ਨਾ ਬਦਲੇ ਧਿਆਨ ਕਾਹਦੇ ਨਾਲ ਟਿਕ ਜਾਏ? ਧਿਆਨ ਦਾ ਸੰਬੰਧ ਤੁਹਾਡੇ ਖਿਆਲਾਂ ਨਾਲ ਹੈ, ਸਾਡੇ ਅੰਦਰ ਦੇ ਖਿਆਲਾਂ ਨਾਲ, ਅੰਦਰ ਦੇ ਵਿਚਾਰਾਂ ਨਾਲ ਹੈ। ਜੇ ਸਾਡੇ ਮਨ ਦੇ ਖਿਆਲ ਬੁਰੇ ਰਹਿਣਗੇ, ਮਨ ਬਿਮਾਰ ਰਹੇਗਾ, ਕਦੇ ਧਿਆਨ ਨਹੀਂ ਟਿਕੇਗਾ, ਭਾਵੇਂ ਜਿਹਨੂੰ ਮਰਜ਼ੀ ਵੇਖੀ ਜਾਏ ਕੋਈ। ਸਤਿਗੁਰੂ ਜੀ ਆਖਦੇ ਜੇ ਮਨ ਦੇ ਰੋਗ, ਮਨ ਦੀ ਅਵਸਥਾ ਬਦਲ ਜਾਂਦੀ ਏ, ਮਨ ਦੇ ਵਿਚਾਰ ਬਦਲ ਗਏ, ਮਨ ਦੇ ਖਿਆਲ ਬਦਲ ਗਏ, ਆਪਣੇ ਆਪ ਹੀ ਸੁਰਤ ਟਿਕ ਗਈ। ਕਿਉਂਕਿ ਟਿਕਾ ਦਾ ਸੰਬੰਧ ਸਾਡਾ ਮਨ ਦੀ ਅਵਸਥਾ ਨਾਲ ਹੈ। ਅਸੀਂ ਸਰੀਰ ਨੂੰ ਜਿੰਨਾ ਮਰਜ਼ੀ ਬੰਨ੍ਹ ਕੇ ਰੱਖ ਲਈਏ ਨਾ, ਵੀ ਅੱਖਾਂ ਬੰਦ ਕਰ ਲਈਏ, ਨਹੀਂ ਵੇਖਣਾ, ਕਿਉਂਕਿ ਵੇਖਾਂਗੇ ਤੇ ਭਟਕਾਂਗੇ। ਕੰਨ ਬੰਦ ਕਰ ਲੈ, ਕੰਨੀ ਬੁੱਝੇ ਦੇ ਰਹਾ, ਕਿ ਨਹੀਂ ਸੁਣਨਾ ਕੁਝ ਵੀ। ਮੂਨ ਧਾਰਨ ਕਰ ਲਵਾਂ, ਮੂਨ ਵਿਗੂਤਾ, ਕਿ ਨਹੀਂ ਕੁਝ ਵੀ ਬੋਲਣਾ। ਕਿਉਂਕਿ ਇਹ ਸਭ ਚੀਜ਼ਾਂ ਨਾਲੋਂ ਸੰਪਰਕ ਤੋੜ ਲਓ, ਤੁਸੀਂ ਖਰੇ ਹੋ ਜਾਓਗੇ ਉੱਚੇ ਜੀਵਨ ਦੇ। ਤੁਹਾਡੀ ਸੁਰਤ ਟਿਕ। ਜੋਗੀ ਉਹ ਕਰਦੇ ਸਨ, ਤਪਸਵੀ ਇਹ ਕਰਦੇ ਸਨ। ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਦੱਸਦੇ ਨੇ, ਕਹਿਣ ਲੱਗੇ ਅੰਦਰ ਦੇ ਸ਼ੋਰ ਦਾ ਕੀ ਕਰੋਗੇ? ਕੰਨ ਤੇ ਬੰਦ ਕਰ ਲਓਗੇ, ਬਾਹਰੋਂ ਆਵਾਜ਼ ਨਾ ਪਵੇ ਕੰਨਾਂ 'ਚ। ਜ਼ਬਾਨ ਬੰਦ ਕਰ ਲਓਗੇ, ਮੌਨ ਧਾਰਨ ਕਰ ਲਓਗੇ, ਵੀ ਬਾਹਰੋਂ ਕਿਸੇ ਦੀ ਗੱਲ ਨਾ ਕਰਨੀ ਪਵੇ, ਨਾ ਕਹਿਣੀ ਪਵੇ, ਨਾ ਉੱਤਰ ਦੇਣਾ ਪਵੇ। ਔਰ ਅੱਖਾਂ ਬੰਦ ਕਰ ਲਓਗੇ, ਕੱਖ ਨਹੀਂ ਵੇਖਣਾ। ਮੂੰਹ ਮੋੜ ਲਿਆ ਪੂਰੀ ਤਰ੍ਹਾਂ ਨਾਲ, ਆਪਣੇ ਗਿਆਨ ਦੇ ਸੋਮੇ ਬੰਦ ਕਰ ਲਏ। ਪਰ ਗੁਰੂ ਮਹਾਰਾਜ ਕਹਿੰਦੇ ਮਨ ਦਾ ਸ਼ੋਰ, ਇਹਦਾ ਕੀ ਹੋਏਗਾ? ਮਨ ਦੇ ਸ਼ੋਰ ਦਾ ਕੀ ਹੋਏਗਾ? ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਜੇ ਲਗਾਤਾਰ ਸਮਾਧੀ ਲਾ ਲਵਾਂ ਮੈਂ ਆਪਣੇ ਸਰੀਰ ਨੂੰ ਐਨ ਪੱਥਰ ਵਾਂਗ ਟਿਕਾ ਕੇ, ਤਾਂ ਗੁਰੂ ਕਹਿੰਦੇ ਨੇ ਫਿਰ ਵੀ ਮਨ ਦੀ ਚੁੱਪ ਤੇ ਨਹੀਂ, ਮਨ ਦੇ ਆਪਣਾ ਸ਼ੋਰ ਜਾਰੀ ਰੱਖਣਾ। ਮਨ ਤੇ ਆਪਣੀ ਅੱਖ ਨਾਲ ਵੇਖ ਰਿਹਾ, ਤੁਸੀਂ ਅੱਖਾਂ ਬੰਦ ਕਰ ਲਈਆਂ ਨੇ, ਮਨ ਨੇ ਨਹੀਂ ਕੀਤੀਆਂ। ਮਨ ਤੇ ਵੇਖਦਾ, ਮਨ ਦੇ ਆਪਣੇ ਅੰਗ ਨੇ, ਮਨ ਆਪਣੀ ਅੱਖ ਨਾਲ ਵੇਖ। ਜੋ ਤੁਸੀਂ ਨਹੀਂ ਵੇਖਿਆ ਉਹ ਵੀ ਵੇਖਦਾ। ਗੁਰੂ ਕਹਿੰਦੇ ਨੇ ਮਨ ਆਪਣੀਆਂ ਗੱਲਾਂ ਕਰਦਾ ਹੈ। ਤੁਸੀਂ ਆਪਣੀ ਜ਼ਬਾਨ, ਇਹ ਮਾਸ ਦੀ ਜ਼ਬਾਨ ਤੁਸੀਂ ਟਿਕਾ ਲਈਏ, ਮਨ ਦੇ ਖਿਆਲਾਂ ਦੀ ਜ਼ਬਾਨ ਤਾਂ ਚੱਲ ਰਹੀ ਹੈ। ਮਨ ਤੇ ਬੜਾ ਕੁਝ ਸੁਣ ਰਿਹਾ, ਮਨ ਦਾ ਸ਼ੋਰ, ਮਨ ਦਾ ਦੌੜ ਭੱਜਦਾ ਹੈ, ਸੁਭਾਅ ਮੁੱਕ ਹੀ ਨਹੀਂ ਰਿਹਾ। ਉਹ ਕਿਵੇਂ ਭਟਕਦਾ ਹੈ ਮਨ, ਤੇ ਕਿਵੇਂ ਰੁਕੇਗਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੁਹਾਡਾ ਟਿਕਾ ਮਨ ਨਾਲ ਸੰਬੰਧ ਰੱਖਦਾ ਹੈ, ਮਨ ਦੀ ਅਵਸਥਾ ਨਾਲ ਸੰਬੰਧ ਰੱਖਦਾ ਹੈ। ਤੇ ਸੋ ਇਕਾਂਤੀ ਜਿਸ ਰਿਦਾ ਖਾਏ, ਜਿਹਦੇ ਮਨ ਅੰਦਰ ਗੁਰੂ ਦਾ ਉਪਦੇਸ਼ ਵਸ ਗਿਆ, ਮਨ ਸੋਧਿਆ ਗਿਆ, ਮਨ ਸਮਝਾਵਨ ਕਾਰਨੇ ਕਛੁਅਕ ਪੜੀਐ ਗਿਆਨ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਉਹਨੂੰ ਕਿਸੇ ਕੋਨੇ 'ਚ ਬਹਿਣ ਦੀ ਲੋੜ ਨਹੀਂ ਪੈਂਦੀ। ਉਹ ਸੰਸਾਰ ਦੇ ਲੋਕਾਂ 'ਚ ਫਿਰਦਾ ਹੋਇਆ ਵੀ ਸਮਾਧੀ 'ਚ ਹੈ, ਉਹ ਉੱਥੇ ਵੀ ਧਿਆਨ ਵਿੱਚ ਹੈ। ਇਹ ਫਰਕ ਸਮਝਣਾ ਹੈ। ਧਿਆਨ ਦੇ ਮਾਇਨੇ ਕੀ ਨੇ, ਅਰਥ ਕੀ ਨੇ? ਇਕਾਗਰਤਾ ਦਾ ਮਾਇਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੀ ਹੈ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਗੁਰੂ ਮਹਾਰਾਜ ਆਖਦੇ ਨੇ ਲੈ ਸਮਸਰ, ਜਿਹਦੇ ਕੋਲ ਗੁਰੂ ਦੀ ਸੋਝੀ ਆ ਗਈ, ਜਿਹਦਾ ਮਨ ਸਹਿਜ ਵਿੱਚ ਗੁਰੂ ਦੇ ਉਪਦੇਸ਼ ਰਾਹੀਂ ਟਿਕ ਗਿਆ, ਸਤਿਗੁਰੂ ਕਹਿੰਦੇ ਸਮਸਰ ਰਹਿ। ਸਮਸਰ ਦਾ ਅਰਥ ਹੈ ਉਹਦਾ ਬੈਲੈਂਸ ਬਣ ਜਾਂਦਾ ਹੈ। ਸਮਸਰ ਦਾ ਅਰਥ ਹੈ ਉਹ ਬਰਾਬਰਤਾ ਦੀ ਭਾਵਨਾ ਵਾਲਾ, ਜਿਹਨੂੰ ਫਰੀਦ ਸਾਹਿਬ ਨੇ ਕਿਹਾ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਆਪਣੇ ਅੰਦਰ ਦੇ ਊਚ ਨੀਚ ਦੇ ਖਿਆਲ ਤਿਆਗ ਦੇ, ਬਰਾਬਰ ਹੋ ਜਾ, ਪੂਰਾ ਮਨ ਕਰਕੇ ਸਾਫ਼ ਸਪਸ਼ਟ। ਸਮਸਰ ਦਾ ਅਰਥ ਹੈ ਵੀ ਸਾਰੇ ਜੀਵਾਂ ਨੂੰ ਬੰਦਾ ਇੱਕ ਰੱਬ ਦੀ ਪੈਦਾਇਸ਼ ਸਮਝਦਾ ਹੈ। ਕਿਸੇ ਨੂੰ ਉੱਚਾ ਨਹੀਂ, ਕਿਸੇ ਨੂੰ ਨੀਵਾਂ ਨਹੀਂ, ਕਿਸੇ ਨੂੰ ਨੀਚ ਨਹੀਂ, ਕਿਸੇ ਨੂੰ ਬਦਕਾਰ ਨਹੀਂ, ਸਾਰੇ ਰੱਬ ਦੇ ਬੰਦੇ ਨੇ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ, ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਭ ਠਾਈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ।
ਸਤਿਗੁਰੂ ਆਖਦੇ ਇਵੇਂ ਸਮਸਰ ਹੋ ਗਿਆ, ਬਰਾਬਰ ਹੋ ਗਿਆ ਮਨੁੱਖ ਦਾ ਮਨ। ਗੁਰਮੁਖ ਏਕ ਵਿਰਲਾ ਕੁਲ ਹੈ, ਪਰ ਗੁਰੂ ਦੇ ਰਾਹੀਂ ਜਿਹੜਾ ਵੀ ਇਸ ਇੱਕ ਦੀ ਬਾਤ ਨੂੰ ਸਮਝ ਲੈਂਦਾ ਹੈ, ਮਹਾਰਾਜ ਕਹਿੰਦੇ ਉਹ ਵਿਰਲਾ। ਵਿਰਲੇ ਦਾ ਅਰਥ ਹੈ ਇੰਪੋਰਟੈਂਟ ਹੈ, ਮਹੱਤਵਪੂਰਨ ਹੈ, ਸ਼੍ਰੋਮਣੀ ਹੈ ਉਹ ਬੰਦਾ, ਸਤਿਕਾਰ ਦਾ ਪਾਤਰ ਹੈ ਉਹ ਇਨਸਾਨ, ਜਿਸ ਨੇ ਇਵੇਂ ਗੁਰੂ ਦੇ ਬਚਨਾਂ ਨੂੰ ਕਮਾ ਕੇ ਇੱਕ ਨੂੰ ਮਹਿਸੂਸ ਕਰ ਲਿਆ, ਸਮਝ ਲਿਆ, ਜਾਣ ਲਿਆ। ਸਤਿਗੁਰੂ ਜੀ ਕਹਿੰਦੇ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ। ਜਿਸ ਨੂੰ ਇਹ ਦਾਤ ਵਾਹਿਗੁਰੂ ਗੁਰੂ ਦੇ ਰਾਹੀਂ ਆਪ ਬਖਸ਼ਦਾ ਹੈ, ਗੁਰੂ ਦੀ ਕਿਰਪਾ ਤਰਸ ਕਰਕੇ ਆਤਮਿਕ ਸੁਖ ਉਸ ਨੂੰ ਸ਼ਬਦ ਦੀ ਕਮਾਈ ਨਾਲ ਪ੍ਰਾਪਤ ਹੁੰਦਾ ਹੈ। ਗੁਰੂ ਦੁਆਰੇ ਆਖ ਸੁਣਾਏ, ਮਾਨੋ ਗੁਰੂ ਦੇ ਰਾਹੀਂ ਵੀ ਅਕਾਲ ਪੁਰਖ ਆਪ ਹੀ ਇਹ ਗੱਲ ਸਮਝਾ ਰਿਹਾ। ਭਾਵ ਜੇ ਗੱਲ ਸਮਝ ਆ ਗਈ ਹੈ ਨਾ, ਤਾਂ ਗੁਰੂ ਸਾਹਿਬ ਕਹਿੰਦੇ ਫਿਰ ਸਮਝਣ ਵਾਲਾ ਮਾਣ ਤੇ ਹੰਕਾਰ ਨਹੀਂ ਕਰਦਾ, ਉਹ ਇਹੋ ਗੱਲ ਕਹਿੰਦਾ ਵਾਹਿਗੁਰੂ ਇਹ ਵੀ ਤੇਰੀ ਕਿਰਪਾ ਹੀ ਹੈ, ਇਹ ਵੀ ਤੇ ਇਹਨਾਂ ਸਮਰਪਿਤ, ਇਹਨਾਂ ਨਿਮਰਤਾ ਵਾਲਾ ਜੀਵਨ ਹੈ ਮਨੁੱਖ ਦਾ, ਵੀ ਜੇ ਚੰਗਾ ਕੰਮ ਵੀ ਹੋ ਜਾਏ ਜੀਵਨ ਵਿੱਚ, ਚੰਗੀ ਸੋਝੀ ਆ ਗਈ, ਕੋਈ ਚੰਗਾ ਨੇਕ ਅਮਲ ਹੋ ਗਿਆ, ਕੋਈ ਚੰਗਾ ਕੰਮ ਕਰ ਲਿਆ, ਉਹਦਾ ਵੀ ਮਾਣ ਕੋਈ ਨਹੀਂ, ਹੰਕਾਰ ਕੋਈ ਨਹੀਂ, ਇਹ ਵੀ ਰੱਬ ਦੀ ਕਿਰਪਾ ਹੀ ਸਮਝੀ, ਇਹ ਵੀ ਰੱਬ ਦੀ ਕਿਰਪਾ ਹੈ। ਇਹਨਾਂ ਸਮਰਪਿਤ, ਇਹਨਾਂ ਨਿਮਰਤਾ ਵਾਲਾ ਜੀਵਨ ਹੈ, ਇਹ ਗੁਣ ਹੈ, ਇਹ ਖੂਬੀ ਹੈ। ਨਹੀਂ ਤਾਂ ਉਹ ਬੰਦੇ ਦੀ ਨੇਕੀ ਵੀ ਕਾਹਦੀ ਨੇਕੀ ਹੈ, ਜਿਹੜਾ ਕਿਸੇ ਤੇ ਕੋਈ ਗੁਣ ਵੀ ਕਰੇ ਤੇ ਬਾਰ-ਬਾਰ ਜਤਾ ਕੇ ਅਗਲੇ ਨੂੰ ਆਪਣੀ ਲੱਤ ਥੱਲਿਓਂ ਵੀ ਲੰਘਾਏ, ਅਗਲੇ ਨੂੰ ਬਾਰ-ਬਾਰ ਅਹਿਸਾਸ ਵੀ ਕਰਾਏ ਵੀ ਮੈਂ ਕਿੱਡਾ ਵੱਡਾ ਕੰਮ ਕੀਤਾ, ਤੂੰ ਤਾਂ ਹੈ ਹੀ ਕੱਖ ਨਹੀਂ, ਉਹ ਤਾਂ ਮਾਰ ਸੁੱਟਣ ਵਾਲੀ ਗੱਲ ਹੈ, ਅਗਲੇ ਨੂੰ ਜ਼ੁਲਮ ਹੈ, ਧੱਕਾ ਹੈ। ਬਸ ਨਿਮਰਤਾ ਦਾ ਅਰਥ ਇਹ ਹੈ, ਹਲੇਮੀ ਦਾ ਅਰਥ ਇਹ ਹੈ ਵੀ ਮਨੁੱਖ ਆਪਣੇ ਚੰਗੇ ਨੂੰ ਵੀ ਜੋ ਸਮਝ ਆ ਗਿਆ ਹੈ, ਜੋ ਚੰਗਾ ਕਰ ਲਿਆ ਹੈ, ਗੁਣ, ਪਰਉਪਕਾਰ, ਸੇਵਾ ਜੋ ਕਮਾ ਲਈਏ, ਉਹਨੂੰ ਵੀ ਕਹਿੰਦਾ ਵਾਹਿਗੁਰੂ ਇਹ ਤੇਰੀ ਬਖਸ਼ਿਸ਼ ਹੈ, ਮੈਂ ਕੌਣ ਆ ਕਰਨ ਵਾਲਾ। ਇੰਨਾ ਜੀਵਨ ਨਿਰਮਾਣ ਹੋ ਗਿਆ, ਇੰਨੀ ਨਿਮਰਤਾ ਆ ਗਈ ਜੀਵਨ ਅੰਦਰ, ਇੰਨੀ ਹਲੇਮੀ ਆ ਗਈ ਜੀਵਨ ਅੰਦਰ, ਇੰਨਾ ਸਮਰਪਿਤ ਹੋ ਗਿਆ ਸੱਚ ਨੂੰ ਜੀਵਨ, ਵੀ ਜਤਾਇਆ ਨਹੀਂ ਆਪਣਾ ਆਪ ਗਣਾਇਆ ਨਹੀਂ ਵੀ ਮੈਂ ਕੁਝ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਊਰਮ ਧੂਰਮ ਜੋਤਿ ਉਜਾਲਾ, ਤੀਨ ਭਵਨ ਮਹਿ ਗੁਰ ਗੋਪਾਲਾ। ਊਰਮ ਦਾ ਅਰਥ ਹੈ ਉਰਵੀ, ਸੰਸਕ੍ਰਿਤ ਦਾ ਸ਼ਬਦ ਹੈ ਉਰਵੀ, ਧਰਤੀ। ਧੂਰਮ ਦਾ ਅਰਥ ਧੂਆਂ, ਆਕਾਸ਼, ਸਪੇਸ। ਸਤਿਗੁਰੂ ਕਹਿੰਦੇ ਧਰਤੀ, ਆਕਾਸ਼ ਭਾਵ ਸਾਰੇ ਇਸ ਦਿਸਦੇ ਅਣਦਿਸਦੇ ਪਸਾਰੇ ਦੇ ਵਿੱਚ ਜੋਤ ਉਜਾਲਾ, ਇੱਕੋ ਰੱਬ ਦੀ ਜੋਤ ਹੀ ਜੀਵਨ ਦਾ ਚਾਨਣ ਕਰ ਰਹੀ ਹੈ। ਜੀਵਨ ਰੂਪੀ ਚਾਨਣ ਇੱਕੋ ਜੋਤ ਰੱਬ ਦੀ ਸੱਤਾ ਤਾਕਤ ਕਰਕੇ ਹੋ ਰਿਹਾ ਹੈ। ਤਿੰਨਾਂ ਭਵਨਾਂ ਵਿੱਚ, ਸਾਰੇ ਬ੍ਰਹਿਮੰਡ ਵਿੱਚ ਗੁਰ ਗੋਪਾਲਾ, ਉਹ ਸ੍ਰਿਸ਼ਟੀ ਦਾ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਆਪ ਵਸਿਆ ਹੋਇਆ। ਉਗਵਿਆ ਅਸਰੂਪ ਦਿਖਾਵੈ, ਕਰ ਕਿਰਪਾ ਆਪੁਨੈ ਘਰ ਆਵੈ। ਉਗਵਿਆ ਦਾ ਅਰਥ ਹੈ ਉਗਣਾ, ਪ੍ਰਗਟ ਹੋ ਜਾਣਾ। ਇੱਕ ਬੀਜ ਵਿੱਚ ਤਾਕਤ ਹੁੰਦੀ ਹੈ ਕਿ ਉਹ ਦਰਖਤ ਬਣ ਜਾਏ। ਜਦੋਂ ਉਹਨੂੰ ਜ਼ਮੀਨ ਦੇ ਵਿੱਚ ਬੀਜਿਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਪੌਦਾ ਪੈਦਾ ਹੁੰਦਾ ਹੈ, ਪ੍ਰਗਟ ਹੁੰਦਾ ਹੈ, ਉਗਦਾ ਅਸੀਂ ਕਹਿੰਦੇ ਨਾ, ਉਗਦਾ ਦਾ ਅਰਥ ਹੀ ਹੈ ਪ੍ਰਗਟ ਹੋਣਾ, ਵੀ ਉਹਦੇ ਵਿਚਲੀ ਤਾਕਤ ਪ੍ਰਗਟ ਹੋ ਗਈ ਮਿੱਟੀ ਨਾਲ ਮਿਲ ਕੇ, ਜ਼ਮੀਨ ਨਾਲ ਮਿਲ ਕੇ। ਉਗਵਿਆ ਦਾ ਅਰਥ ਹੈ ਪ੍ਰਗਟ ਹੋਣਾ, ਜ਼ਾਹਰ ਹੋਣਾ, ਪ੍ਰਤੱਖ ਹੋ ਜਾਣਾ। ਗੁਰੂ ਸਾਹਿਬ ਕਹਿੰਦੇ ਨੇ ਪ੍ਰਗਟ ਹੁੰਦਾ ਹੈ ਸਾਰੇ ਸੰਸਾਰ ਦੇ ਵਿੱਚੋਂ, ਅਨੇਕਾਂ ਰੂਪ, ਰੰਗ, ਚੱਕਰ, ਚੇਨ, ਬਣਾਵਟਾਂ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਸਮਾਇਆ ਤੇ ਪ੍ਰਤੱਖ ਹੋ ਰਿਹਾ ਆਪਣੇ ਹੁਕਮ ਦੇ ਰਾਹੀਂ। ਉਹਦੇ ਦੀਦਾਰ ਜਿਸ ਕੀਤੇ ਨੇ ਉਹਦੇ ਹੁਕਮ ਦੇ ਰਾਹੀਂ ਕੀਤੇ ਨੇ। ਹੁਕਮ ਨੂੰ ਜਾਣ ਲੈਣਾ ਹੀ ਉਹਦੇ ਦਰਸ਼ਨ ਨੇ, ਉਹਦੇ ਦੀਦਾਰ ਨੇ। ਸਤਿਗੁਰੂ ਜੀ ਆਖਦੇ ਨੇ ਉਗਵਿਆ ਅਸਰੂਪ ਦਿਖਾਵੈ, ਜਿਹਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਰਾਹੀਂ ਇਹ ਸੋਝੀ ਪ੍ਰਗਟ ਹੋ ਗਈ, ਉਹਨੂੰ ਸਾਰੇ ਰੂਪਾਂ ਵਿੱਚ ਹੀ ਉਹ ਪ੍ਰਗਟ ਵਿਖਾਈ ਦੇ ਰਿਹਾ। ਸਾਰੇ ਰੂਪ ਹੀ ਸੰਸਾਰ ਦੇ ਉਹਦੇ ਨੇ। ਗੁਰੂ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਆਪਣੇ ਘਰ ਆਵੈ। ਜਿਸ ਨੂੰ ਸੋਝੀ ਆ ਜਾਂਦੀ ਹੈ ਇਸ ਗੱਲ ਦੀ, ਉਹ ਆਪਣੇ ਘਰ ਵਿੱਚ ਆ ਜਾਂਦਾ ਹੈ, ਭਾਵ ਉਹ ਫਿਰ ਬਾਹਰ ਨਹੀਂ ਭਟਕਦਾ। ਭਗਤ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਭਗਤ ਜੀ ਫਰਮਾਉਂਦੇ, ਕਹਿਣ ਲੱਗੇ ਕਤ ਜਾਈਐ ਰੇ। ਕਤ ਦਾ ਅਰਥ ਕਿੱਥੇ ਜਾਵਾਂ, ਹੇ ਭਾਈ ਕਿੱਥੇ ਜਾਵਾਂ। ਕਤ ਜਾਈਐ ਰੇ, ਘਰ ਲਾਗੋ ਰੰਗ। ਘਰ ਹਿਰਦੇ ਦੇ ਵਿੱਚੋਂ ਹੀ ਮੈਨੂੰ ਰੱਬ ਦਾ ਪਿਆਰ ਜਾਗ ਉੱਠਿਆ।
ਮੇਰਾ ਚਿੱਤ ਨਾ ਚਲੇ, ਹੁਣ ਮੇਰਾ ਮਨ ਬਾਹਰ ਨੂੰ ਨਹੀਂ ਭਟਕਦਾ। ਮਨ ਭਇਓ ਪੰਗ, ਮਨ ਤਾਂ ਜਿਵੇਂ ਪਿੰਗਲਾ ਹੋ ਗਿਆ, ਮਨ ਤਾਂ ਹੁਣ ਦੌੜਦਾ ਹੀ ਨਹੀਂ, ਬਾਹਰ ਜਾਂਦਾ ਹੀ ਨਹੀਂ, ਬਾਹਰ ਰੱਬ ਵੇਖਣ ਦੀ ਇੱਛਾ ਹੀ ਮੁੱਕ ਗਈ। ਕਹਿੰਦੇ ਨੇ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਪੁੱਛਿਆ ਵੀ ਕਿਉਂ, ਇਹ ਅਵਸਥਾ ਤੁਹਾਨੂੰ ਕਿਵੇਂ ਮਿਲ ਗਈ? ਫਿਰ ਇੱਕ ਅੱਗੇ ਗੱਲ ਸੁਣਾਉਂਦੇ ਨੇ, ਕਹਿੰਦੇ ਨੇ ਏਕ ਦਿਵਸ ਮਨ ਭਈਓ ਮੰਗ। ਇੱਕ ਦਿਨ ਲੋਕਾਂ ਦੇ ਸੁਣੇ ਸੁਣਾਏ, ਲੋਕਾਂ ਨੇ ਆਖਿਆ ਚਲੋ ਰੱਬ ਨੂੰ ਵੀ ਪਾਉਣਾ ਚਾਹੀਦਾ, ਰੱਬ ਵੀ ਵੇਖੋ, ਕਦੇ ਰੱਬ ਦੀ ਪੂਜਾ ਕਰੋ, ਰੱਬ ਖੁਸ਼ ਹੁੰਦਾ। ਬੜਾ ਕੁਝ ਸੁਣਿਆ ਬਾਹਰੋਂ, ਮੇਰੇ ਮਨ 'ਚ ਵੀ ਚਾਹ ਉੱਠਿਆ ਵੀ ਲੋਕ ਕਰਦੇ ਨੇ, ਆਪਾਂ ਵੀ ਕਰ ਵੇਖੀਏ। ਏਕ ਦਿਵਸ, ਇੱਕ ਦਿਨ ਮਨ ਭਈਓ ਮੰਗ, ਮਨ 'ਚ ਚਾਹ ਉੱਠੀ, ਇੱਛਾ ਉੱਠੀ। ਘਸ ਚੰਦਨ ਚੋਆ ਬਹੁ ਸੁਗੰਧ, ਜਿਵੇਂ ਲੋਕ ਕਰਦੇ ਸਨ, ਮੈਂ ਵੀ ਫੁੱਲਾਂ ਦੀ ਮਾਲਾ ਪੜੀ, ਮੈਂ ਵੀ ਕੁਝ ਫੁੱਲ ਬਗੀਚੇ ਚੋਂ ਤੋੜੇ, ਪਾਣੀ ਸੁੱਚਾ ਲਿਆ, ਇੱਕ ਭਾਂਡੇ ਵਿੱਚ ਪਾ ਲਿਆ, ਕੁਝ ਚੰਦਨ ਘਸਾ ਕੇ ਸਭ ਚੀਜ਼ਾਂ ਪੂਜਾ ਕਰਨ ਵਾਲੀਆਂ ਲੈ ਕੇ ਮੈਂ ਵੀ ਸੋਚਿਆ ਚਲੋ ਰੱਬ ਨਾਲ ਕੋਈ ਜੋੜ ਬਣਾਈਏ। ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਮੈਂ ਉਸ ਰੱਬ ਨੂੰ ਪੂਜਣ ਵਾਸਤੇ ਤੁਰ ਪਿਆ, ਭਾਵ ਆਪਣੀ ਪੂਰੀ ਤਿਆਰੀ ਹੈ ਰੱਬ ਦੀ ਪੂਜਾ ਦੀ, ਪੂਰਾ ਸਾਜੋ ਸਮਾਨ ਹੈ, ਸਮਗਰੀ ਹੈ। ਕਿੱਥੇ ਜਾਣਾ ਹੈ ਇਹਦਾ ਵੀ ਪਤਾ, ਪੁਜਾਰੀ ਨੂੰ ਪੁੱਛ ਲਿਆ ਵੀ ਕਿੱਥੇ ਜਾਵਾਂ, ਉਹਨੂੰ ਦੱਸਿਆ ਵੀ ਤੀਰਥਾਂ ਤੇ ਜਾਓ, ਮੰਦਰਾਂ 'ਚ ਜਾਓ, ਧਰਮ ਸਥਾਨਾਂ ਤੇ ਜਾਓ, ਆਪਾਂ ਇਹ ਸਾਰੇ ਕਾਰਜ ਕਰਨ ਲਈ ਤੁਰ ਪਏ। ਸਮਝਾਉਣ ਦਾ ਢੰਗ ਹੈ, ਕਹਿੰਦੇ ਪੂਜਨ ਚਾਲੀ ਬ੍ਰਹਮ ਠਾਏ। ਸੋਚਿਆ ਗੁਰੂ ਨੂੰ ਪੁੱਛ ਚੱਲਾਂ, ਗੁਰੂ ਨੂੰ ਪੁੱਛਿਆ ਮਹਾਰਾਜ ਸਭ ਸਮਗਰੀ ਤਿਆਰ ਹੈ ਰੱਬ ਦੀ ਪੂਜਾ ਲਈ, ਰੱਬ ਨਾਲ ਸਾਂਝ ਬਣਾਉਣ ਦਾ ਉਦਮ ਕਰਨ ਚੱਲਿਆ। ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਹੇ। ਗੁਰੂ ਨੇ ਆਖਿਆ ਕਿੱਥੇ ਚੱਲਿਆ? ਉਹ ਤਾਂ ਤੇਰੇ ਅੰਦਰ ਹੈ, ਆਪਣੇ ਅੰਦਰੋਂ ਕਿਉਂ ਨਹੀਂ ਪਛਾਣਦਾ ਉਸ ਨੂੰ? ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਹੇ। ਪੁੱਛਿਆ ਜੀ ਸਾਰੀ ਦੁਨੀਆ ਬਾਹਰ ਕਾਰਜ ਕਰ ਰਹੀ ਹੈ, ਮੈਂ ਕਿਵੇਂ ਅੰਦਰ ਬਹਿ ਜਾਵਾਂ? ਕਹਿੰਦੇ ਨੇ ਜਹ ਜਾਈਐ ਤਾਂ ਜਲ ਪਖਾਨ, ਜਿੱਥੇ ਵੀ ਜਾਓ ਤੀਰਥਾਂ ਤੇ ਕੀ ਜਾਂ ਪਾਣੀ 'ਚ ਚੁੱਭੀ ਲਾਓ ਜਾਂ ਪੱਥਰ ਨੂੰ ਮੱਥਾ ਟੇਕੋ, ਆ ਦੋ ਹੀ ਕੰਮ ਨੇ ਨਾ। ਜਹ ਜਾਈਐ, ਜਿੱਥੇ ਵੀ ਜਾਓ ਜਾਂ ਤਾਂ ਪਾਣੀ 'ਚ ਚੁੱਭਾ ਮਾਰੋ ਜਾਂ ਪੱਥਰ ਦੇ ਅੱਗੇ ਸਿਰ ਨਿਵਾਓ, ਆ ਦੋ ਹੀ ਕੰਮ ਨੇ। ਜਹ ਜਾਈਐ ਤਾਂ ਜਲ ਪਖਾਨ, ਪਖਾਨ ਕਹਿੰਦੇ ਨੇ ਪੱਥਰ ਨੂੰ। ਪਰ ਹੇ ਵਾਹਿਗੁਰੂ, ਗੁਰੂ ਨੇ ਸਮਝਾ ਦਿੱਤਾ ਤੂੰ ਪੂਰ ਰਹਿਓ ਹੈ ਸਭ ਸਮਾਨ, ਤੂੰ ਤੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਔਰ ਕਹਿੰਦੇ ਨੇ ਮੈਂ ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੀ ਕਿਰਪਾ, ਗੁਰੂ ਦੇ ਦਿੱਤੇ ਗਿਆਨ ਨਾਲ ਉਸ ਨੂੰ ਆਪਣੇ ਅੰਦਰੋਂ ਮਹਿਸੂਸ ਕੀਤਾ ਵੀ ਤੂੰ ਤਾਂ ਮੇਰੇ ਅੰਦਰ ਵੀ ਉਵੇਂ ਹੀ ਵੱਸਦਾ, ਸਾਰਿਆਂ ਦੇ ਭੀਤਰ ਵੱਸਦਾ। ਬੰਦਾ ਜੇ ਆਪਣੇ ਆਪ ਨੂੰ ਪਛਾਣੇ, ਜਨ ਨਾਨਕ ਬਿਨ ਆਪਾ ਜੀਨੈ, ਮਿਟੈ ਨਾ ਭਰਮ ਕੀ ਕਾਈ। ਆਪੇ ਨੂੰ ਪਛਾਣਨ ਤੋਂ ਬਿਨਾਂ ਭਰਮ ਦਾ ਜਾਲਾ ਮਨ ਤੋਂ ਨਹੀਂ ਲੈਂਦਾ, ਕਾਈ ਦੂਰ ਨਹੀਂ ਹੁੰਦੀ। ਇਸ ਕਰਕੇ ਹਜ਼ੂਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਉਹ ਤਾਂ ਤੇਰੇ ਨਾਲ ਹੈ, ਗੁਰੂ ਦੀ ਮੱਤ ਲੈ ਤੇ ਉਸ ਵਾਹਿਗੁਰੂ ਦੇ ਪਿਆਰ ਦਾ ਅਹਿਸਾਸ ਕਰ। ਕਿੱਡੀ ਉੱਚੀ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈ। ਹਜ਼ੂਰ ਆਖਦੇ ਨੇ ਉਹ ਆਪਣੇ ਨਿਜ ਘਰ ਵਿੱਚ ਟਿਕ ਜਾਂਦਾ ਹੈ ਜਿਸ ਨੂੰ ਗੁਰੂ ਦੀ ਇਹ ਸੋਝੀ ਆ ਜਾਂਦੀ ਹੈ। ਊਨਵ ਬਰਸੈ ਨੀਜਰ ਧਾਰਾ, ਊਤਮ ਸ਼ਬਦ ਸਵਾਰਨ ਹਾਰਾ। ਊਨਵ ਦਾ ਅਰਥ ਹੈ ਨਿਉ ਕੇ, ਆਪ ਕਿਰਪਾ ਕਰਕੇ। ਨਿਉਣ ਦਾ ਅਰਥ ਹੈ ਰਹਿਮਤ ਕਰਨੀ, ਕਿਰਪਾ ਕਰਨੀ। ਕਿਰਪਾ ਉਹੀ ਕਰ ਸਕਦਾ ਕਿਸੇ ਉੱਤੇ, ਤਰਸ ਉਹੀ ਕਰਦਾ ਜਿਹਦੇ ਅੰਦਰ ਦਇਆ ਹੈ, ਜਿਹਦੇ ਅੰਦਰ ਆਕੜ ਹੈ ਉਹ ਕਿਸੇ ਤੇ ਤਰਸ ਨਹੀਂ ਕਰਦਾ। ਤੋ ਨਿਉਣ ਦਾ, ਕਿਰਪਾ ਦਾ ਸੰਬੰਧ ਨਿਉਣ ਨਾਲ ਹੈ। ਨਿਮਰਤਾ, ਧੀਰਜ, ਹਲੇਮੀ ਨਾਲ ਹੈ ਤਰਸ ਦਾ ਸੰਬੰਧ। ਗੁਰੂ ਮਹਾਰਾਜ ਕਹਿੰਦੇ ਨੇ ਨਿਉ ਕੇ ਕਿਰਪਾ ਕਰਕੇ, ਊਨਵ ਬਰਸੈ ਨੀਜਰ ਧਾਰਾ, ਮੇਰੇ ਹਿਰਦੇ ਦੇ ਅੰਦਰ ਹੁਣ ਉਹਦੇ ਸ਼ੁਭ ਗੁਣਾਂ ਦੀ ਵਰਖਾ ਹੋ ਰਹੀ, ਉਹਨੇ ਆਪ ਬਖਸ਼ਿਸ਼ ਕਰ ਦਿੱਤੀ ਇਸ ਨਾਚੀਜ਼ ਜਾਏ ਇਨਸਾਨ ਦੇ ਉੱਤੇ। ਊਤਮ ਸ਼ਬਦ ਸਵਾਰਨ ਹਾਰਾ, ਗੁਰੂ ਦੇ ਉੱਤਮ ਸ਼ਬਦ ਦੇ ਰਾਹੀਂ, ਸ੍ਰੇਸ਼ਟ ਬਚਨ ਉਪਦੇਸ਼ ਦੇ ਰਾਹੀਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਨੂੰ, ਇਸ ਸੰਸਾਰ ਦੇ ਜੀਵਨ ਨੂੰ ਸਵਾਰ ਦਿੰਦਾ ਹੈ। ਇਸ ਏਕੇ ਕਾ ਜਾਣੈ ਭਿਓ, ਆਪੇ ਕਰਤਾ ਆਪੇ ਦਿਓ। ਫਿਰ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਇੱਕ ਵਾਹਿਗੁਰੂ ਦਾ ਭਿਓ, ਭੇਤ ਜਾਣ ਲਈਦਾ। ਇਹ ਸਮਝ ਆ ਗਈ ਆਪੇ ਕਰਤਾ, ਆਪ ਹੀ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਕਰਨ ਵਾਲਾ ਹੈ, ਸਿਰਜਣ ਵਾਲਾ ਹੈ, ਚਲਾਉਣ ਵਾਲਾ ਹੈ। ਗੁਰੂ ਕਹਿੰਦੇ ਨੇ ਆਪੇ ਦਿਓ। ਦਿਓ ਦਾ ਅਰਥ ਹੈ ਪ੍ਰਕਾਸ਼ ਰੂਪ,
ਜੋਤ ਰੂਪ ਆਪੇ ਹੀ ਸਾਰੇ ਜੀਵਾਂ ਦੇ ਅੰਦਰ ਆਪਣੀ ਸੋਝੀ ਦਾ ਪਸਾਰਾ ਚਾਨਣ ਪਸਾਰਨ ਵਾਲਾ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਆਦਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।